ਨਵ ਨਿਧ ਸਿਧ ਰਿਧ ਦੀਨੇ ਕਰਤੇ, ਤੋਟ ਨਾ ਆਵੈ ਕਾਈ ਰਾਮ। ਨਵ ਨਿਧ ਸਿਧ ਰਿਧ ਦੀਨੇ ਕਰਤੇ, ਤੋਟ ਨਾ ਆਵੈ ਕਾਈ ਰਾਮ। ਖਾਤ ਖਰਚਤ ਬਿਲਸ਼ਤ ਸੁਖ ਪਾਇਆ ਕਰਤੇ, ਕੀ ਦਾਤ ਸਬਾਈ ਰਾਮ। ਦਾਤ ਸਬਾਈ ਨਿਖੁੱਟ ਨਾ ਜਾਈ, ਅੰਤਰ ਜਾਮੀ ਪਾਇਆ। ਕੋਟ ਬਿਘਨ ਸਗਲੇ ਉਠ ਨਾਠੇ, ਦੁਖ ਨਾ ਨੇੜੇ ਆਇਆ। ਸ਼ਾਂਤ ਸਹਿਜ ਆਨੰਦ ਘਨੇਰੇ, ਬਿਨਸੀ ਭੂਖ ਸਬਾਈ। ਨਾਨਕ ਗੁਣ ਗਾਵੇ ਸੁਆਮੀ ਕੇ, ਅਚਰਜ ਜਿਸ ਵਡਿਆਈ। ਨਾਨਕ ਗੁਣ ਗਾਵੇ ਸੁਆਮੀ ਕੇ, ਅਚਰਜ ਜਿਸ ਵਡਿਆਈ। ਰਾਮ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਰਹੇ ਗੁਰੂ ਪਿਆਰਿਓ, ਆਪ ਸਾਰੇ ਸਤਿਕਾਰਯੋਗ ਧੰਨਤਾ ਦੇ ਯੋਗ ਹੋ, ਵੱਡੇ ਭਾਗ ਨੇ। ਗੁਰਬਾਣੀ ਸੁਣਨ ਦੇ ਲਈ ਗੁਰੂ ਪਾਤਸ਼ਾਹ ਨੇ ਸਾਡੇ ਤੇ ਮਿਹਰ ਕੀਤੀ ਹੈ, ਸਾਨੂੰ ਇਕੱਤਰ ਹੋਣ ਦਾ ਸੁਭਾਗ ਬਖਸ਼ਿਆ। ਆਓ ਬਾਣੀ ਦੀ ਵਿਚਾਰ ਆਰੰਭ ਕਰੀਏ, ਗੁਰਫਤਿਹ ਦੀ ਸਾਂਝ ਪਾਈਏ। ਸਭ ਨੇ ਬੋਲਣਾ ਜੀ ਆਖਿਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਅਰਜਨ ਦੇਵ ਮਹਾਰਾਜ, ਉਹਨਾਂ ਵੱਲੋਂ ਸੂਹੀ ਰਾਗ ਦੇ ਵਿੱਚ ਜੋ ਸ਼ਬਦ ਸਾਨੂੰ ਬਖਸ਼ਿਸ਼ ਕੀਤਾ, ਉਸ ਨੂੰ ਅਸੀਂ ਇੱਕ ਇੱਕ ਹਿੱਸਾ ਕਰਕੇ ਪੜ੍ਹ ਰਹੇ ਹਾਂ। ਅੱਜ ਦੂਸਰੇ ਹਿੱਸੇ ਦੀ ਵਿੱਚ ਵਿਚਾਰ ਹੈ, ਜਿਸ ਦੀ ਆਰੰਭਤਾ ਗੁਰਦੇਵ ਪਾਤਸ਼ਾਹ ਜੀ ਨੇ ਇਉਂ ਕੀਤੀ ਆ। ਨਵ ਨਿਧ ਸਿਧ ਰਿਧ ਦੀਨੇ ਕਰਤੇ, ਤੋਟ ਨਾ ਆਵੈ ਕਾਈ ਰਾਮ। ਨਵ ਨਿਧ, ਨਵ ਤੋਂ ਭਾਵ ਨੌ, ਨਿਧ ਤੋਂ ਭਾਵ ਖਜ਼ਾਨਾ, ਨੌ ਖਜ਼ਾਨੇ। ਧਰਤੀ ਦੇ 9 ਖੰਡ ਮੰਨੇ ਜਾਂਦੇ ਨੇ। ਚਲੋ ਵੈਸੇ ਗੁਰੂ ਨਾਨਕ ਸਾਹਿਬ ਨੇ ਗੱਲ ਕਲੀਅਰ ਕੀਤੀ ਹੈ ਵੀ ਇਸ ਮਨੁੱਖਤਾ ਦਾ ਅਤੇ ਮਨੁੱਖਤਾ ਜਿਸ ਧਰਤੀ ਤੇ ਰਹਿ ਰਹੀ ਹੈ, ਜੋ ਆਪਾਂ ਵੇਖ ਰਹੇ ਹਾਂ, ਜੋ ਪਿੱਛੇ ਛੱਡ ਚੁੱਕੇ ਹਾਂ, ਜੋ ਅੱਗੇ ਆਉਣਾ, ਪੂਰੀ ਧਰਤੀ ਤੇ ਰਹਿੰਦਿਆਂ ਅਸੀਂ ਕਿਸੇ ਵੀ ਚੀਜ਼ ਦਾ ਅੰਤ ਨਹੀਂ ਪਾ ਸਕਦੇ।
ਰਚਨਹਾਰੇ ਦਾ ਅੰਤ ਪਾਉਣਾ ਤਾਂ ਬਹੁਤ ਵੱਡੀ ਗੱਲ ਆ, ਰਚਨਾ ਦਾ ਅੰਤ ਨਹੀਂ ਪਾ ਸਕਦੀ। ਅੰਤ ਨਾ ਸਿਫਤੀ, ਉਹਦੀ ਇੰਨੀ ਕੋ ਸਿਫਤ ਆ, ਉਹ ਬੇਅੰਤ ਆ, ਕਹਿਣ ਨਾ ਅੰਤ। ਭਾਵ ਗੁਰਦੇਵ ਪਾਤਸ਼ਾਹ ਜੀ ਇੱਥੇ ਫਿਰ ਕਹਿੰਦੇ ਨੇ, ਮਨੁੱਖਤਾ ਜਿੰਨੀ ਵੀ ਇਸ ਧਰਤੀ ਤੇ ਰਹਿ ਰਹੀ ਆ, ਤਾਂ ਇਹਦੇ ਵਿੱਚ ਕੁਝ ਕੁ ਅਜਿਹੇ ਪੱਖ ਨੇ। ਜਿਹੜਾ ਪੱਖ ਇੱਥੇ ਪੇਸ਼ ਕੀਤਾ, ਨਵ ਨਿਧ ਧਰਤੀ ਦੇ 9 ਖਜ਼ਾਨੇ। ਅੱਗੇ ਲਿਖਿਆ ਸਿੱਧ। ਸਿੱਧ ਦਾ ਅਰਥ ਹੁੰਦਾ ਕਰਾਮਾਤੀ ਤਾਕਤਾਂ। ਹੁਣ ਕਰਾਮਾਤਾਂ ਗੁਰਬਾਣੀ ਮੰਨਦੀ ਨਹੀਂ ਨਾ। ਗੁਰਬਾਣੀ ਦੇ ਅਨੁਸਾਰ ਕਰਾਮਾਤ ਦਿਖਾਉਣੀ, ਕਰਾਮਾਤੀ ਹੋਣਾ ਗਲਤ ਆ। ਪਰ ਜੋ ਸਾਨੂੰ ਗੁਰੂ ਸਾਹਿਬ ਜੀ ਦੱਸਦੇ ਨੇ ਵੀ ਕਰਾਮਾਤ ਦਾ ਅਰਥ ਹੁੰਦਾ ਸਿਰੇ ਦਾ ਕਰਮ। ਕਰਾ ਕਰਮ, ਮਾਤ ਸਾਰੇ ਕੰਮਾਂ ਨੂੰ ਮਾਤ ਪਾ ਦੇਣੀ, ਪਿੱਛੇ ਛੱਡ ਦੇਣਾ। ਮੰਨ ਲਓ ਇੱਕ ਆਮ ਪਰਿਵਾਰ ਆ, ਉਸ ਪਰਿਵਾਰ ਦਾ ਬੱਚਾ ਪੜ੍ਹ ਲਿਖ ਕੇ ਚੰਗਾ ਆਫੀਸਰ ਬਣ ਗਿਆ, ਕਿਉਂ ਵੀ ਉਹ ਗੁਰਮੁਖ ਜੱਜ ਬਣ ਗਿਆ। ਗੁਰਬਾਣੀ ਮੁਤਾਬਕ ਅਖੌਤੀ ਮਨੌਤਾਂ ਦੇ ਮੁਤਾਬਕ ਕਰਾਮਾਤ ਜਿਹੜੀ ਦੁਨੀਆ ਮੰਨਦੀ ਆ ਉਹ ਗਲਤ ਆ। ਪਰ ਜਿਹੜਾ ਸਿਰੇ ਦਾ ਕਰਮ ਕਰ ਗਿਆ, ਆਮ ਪਰਿਵਾਰ ਵਿੱਚੋਂ ਜ਼ਿਆਦਾ ਪੜ੍ਹ ਲਿਖ ਕੇ ਚੰਗਾ ਡਾਕਟਰ, ਇੰਜੀਨੀਅਰ, ਜੱਜ, ਵਕੀਲ ਬਣ ਗਿਆ, ਉਹਨੇ ਕੀ ਦਿਖਾ ਦਿੱਤੀ? ਪਰਿਵਾਰ ਵਿੱਚ, ਆਪਣੇ ਪਿੰਡ ਵਿੱਚ ਕਰਾਮਾਤ ਦਿਖਾਤੀ। ਗੁਰੂ ਸਾਹਿਬ ਆਹ ਕਰਾਮਾਤ ਨੂੰ ਮੰਨਦੇ ਆ, ਸਖਤ ਮਿਹਨਤ ਨੂੰ। ਸਾਡਾ ਭਰੋਸਾ, ਸਾਡਾ ਯਕੀਨ ਇੱਕ ਵਾਹਿਗੁਰੂ ਜੀ ਤੇ ਹੋਵੇ ਤੇ ਗੁਰੂ ਦੇ ਹੁਕਮ ਵਿੱਚ ਰਹਿੰਦਿਆਂ ਜ਼ਿੰਦਗੀ ਜਿਉਈਏ, ਕਿਸੇ ਦੀ ਪਰਵਾਹ ਨਾ ਕਰੀਏ, ਇਹਨੂੰ ਕਰਾਮਾਤ ਮੰਨਦੇ ਆ ਗੁਰੂ ਸਾਹਿਬ। ਉਹ ਕਰਾਮਾਤ ਨਹੀਂ ਜੋ ਇਦਾਂ ਜਾਣ ਬੁੱਝ ਕੇ ਲੋਕ ਪਖੰਡ ਕਰਦੇ ਨੇ। ਪਖੰਡੀਆਂ ਦੀਆਂ ਕਰਾਮਾਤਾਂ ਨੂੰ ਗੁਰੂ ਨਹੀਂ ਮੰਨਦਾ ਗਾ। ਅੱਤ ਦਾ ਕਰਮ, ਚੰਗਾ ਕਰਮ, ਵੱਡਾ ਕਰਮ, ਵਧੀਆ ਕਰਮ। 20, 50 ਸਾਲ, 70 ਸਾਲ ਪਿੱਛੇ ਚੱਲ ਜਾਈਏ, ਇਹਨਾਂ ਜ਼ਮੀਨਾਂ ਦੇ ਵਿੱਚੋਂ 10-10 ਮਣ ਦਾਣੇ ਹੁੰਦੇ ਸੀ। ਜ਼ਮੀਨਾਂ ਉਹੀ ਆ, ਪਰ ਅੱਜ ਸੈਂਕੜਿਆਂ ਦੇ ਹਿਸਾਬ ਨਾਲ ਕਿੱਲੇ 'ਚੋਂ ਫਸਲ ਹੁੰਦੀ ਆ। ਅੱਜ ਦੇ ਇਉਂ ਕਹਿ ਲੋ ਵਿਗਿਆਨਕ ਯੁੱਗ ਦੇ ਵਿੱਚ ਕਿਸਾਨ ਵੀਰ ਨੇ ਕਰਾਮਾਤ ਦਿਖਾਤੀ। ਆਹ ਕਰਾਮਾਤ ਆ, ਇਹ ਕਰਾਮਾਤ ਆ ਨਾ। ਹੁਣ ਇਹਨੂੰ ਕਰਾਮਾਤ ਗੁਰੂ ਬਾਣੀ ਪੈਂਦੀ ਆ ਵੀ ਚੰਗਾ ਕਰਮ ਕਰਨਾ, ਵਧੀਆ ਕਰਮ ਕਰਨਾ, ਨਵੇਕਲਾ ਕਰਮ ਕਰਨਾ, ਦੁਨੀਆ ਦੇ ਵਿੱਚੋਂ, ਪਿੰਡ ਚੋਂ, ਘਰ ਚੋਂ ਕੁਝ ਵਿਸ਼ੇਸ਼ ਕੰਮ ਕਰਨਾ, ਇਹ ਕਰਾਮਾਤ ਆ ਗਈ। ਅੱਛਾ ਚਲੋ, ਇੱਥੇ ਜ਼ਿਕਰ ਕੀਤਾ ਸਿੱਧ। ਸਿੱਧ ਦਾ ਅਰਥ ਹੈ ਕਰਾਮਾਤੀ ਤਾਕਤਾਂ। ਉਹ ਆਪਾਂ ਸਮਝ ਲਿਆ ਵੀ ਗੁਰੂ ਸਾਹਿਬ ਕਰਾਮਾਤੀ ਤਾਕਤ ਕਿਹਨੂੰ ਕਹਿੰਦੇ ਨੇ? ਉਹ ਕਰਮ ਜਿਹੜਾ ਕੋਈ ਕਰ ਹੀ ਨਾ ਸਕੇ, ਅਸੀਂ ਕਰਤਾ। ਦੁਸ਼ਮਣ ਨੂੰ ਪਾਣੀ ਪਿਆਉਣਾ ਕਰਾਮਾਤ ਆ। ਦੁਸ਼ਮਣ ਨੂੰ ਪਾਣੀ ਨਹੀਂ, ਦੁਸ਼ਮਣ ਨੂੰ ਝਿੜਕਿਆ ਤਾਂ ਜਾ ਸਕਦਾ, ਲਾਹਨਤ ਪਾਈ ਜਾ ਸਕਦੀ ਆ, ਠੁੱਡ ਮਾਰਿਆ ਜਾ ਸਕਦਾ ਗਾ, ਧੱਕਾ ਦਿੱਤਾ ਜਾ ਸਕਦਾ ਗਾ, ਪਰ ਦੁਸ਼ਮਣ ਨੂੰ, ਆਪਣੇ ਬੈਰੀ ਨੂੰ ਪਾਣੀ ਪਿਲਾਉਣਾ, ਇਹ ਕਰਾਮਾਤ ਆ। ਕਰਾਮਾਤ ਆ ਨਾ। ਗੁਰੂ ਨਾਨਕ ਸਾਹਿਬ ਨੇ ਜਿੱਥੇ ਲੋਕ ਤਿਹਾਇਆਂ ਨੂੰ, ਭੁੱਖਿਆਂ ਨੂੰ, ਨੰਗਿਆਂ ਨੂੰ, ਭਟਕੇ ਹੋਇਆਂ ਨੂੰ ਛੱਡ ਦਿੰਦੇ ਨੇ, ਲਤੜ ਕੇ ਲੰਘ ਜਾਂਦੇ ਨੇ, ਗੁਰੂ ਨਾਨਕ ਸਾਹਿਬ ਨੇ ਚੱਕ ਕੇ ਆਪਣੀ ਛਾਤੀ ਨਾਲ ਲਾ ਲਿਆ। ਭੁੱਖਿਆਂ ਨੂੰ, ਲੋੜਵੰਦਾਂ ਨੂੰ, ਭੁੱਲੇ ਭਟਕਿਆਂ ਨੂੰ, ਚੋਰਾਂ ਨੂੰ, ਠੱਗਾਂ ਨੂੰ, ਆਪਣੇ ਜੀਵਨ ਵਿੱਚ ਗਿਰੇ ਹੋਏ ਜੀਵਨ ਵਾਲੀਆਂ ਜਾਂ ਵਾਲਿਆਂ ਨੂੰ ਆਪਣੀ ਛਾਤੀ ਨਾਲ ਲਾ ਲਿਆ। ਇਹ ਕਰਾਮਾਤ ਆ। ਹੁਣ ਮੇਰੇ ਖਿਆਲ ਮੁਤਾਬਕ ਵੀ ਆਪਣੇ ਦਿਮਾਗ ਵਿੱਚ ਕੋਈ ਸ਼ੱਕ ਨਹੀਂ ਹੋਊਗਾ ਵੀ ਕਰਾਮਾਤ ਕੀ ਹੁੰਦੀ ਆ। ਫੂਕਾਂ ਮਾਰਨੀਆਂ, ਧਾਗੇ ਤਵੀਤ ਕਰਨੇ, ਇਦਾਂ ਦੇ ਟੂਣੇ ਮੰਤਰ, ਜਾਦੂ ਕਰਨੇ, ਉਹ ਕਰਾਮਾਤ ਨਹੀਂ ਹੈ। ਉਹ ਤਾਂ ਗਲਤ ਕੰਮ ਆ। ਕਰਾਮਾਤ ਦੁਨੀਆ ਵਿੱਚੋਂ ਵਿਸ਼ੇਸ਼ ਕਰਨਾ ਕੁਛ, ਆਪਣੇ ਘਰ ਚੋਂ, ਆਪਣੇ ਪਿੰਡ ਚੋਂ। ਆ ਤੁਸੀਂ ਸਾਰੇ ਵਿਸ਼ੇਸ਼ ਕਰਮ ਹੀ ਕਰਦੇ ਹੋ ਨਾ। ਅੰਮ੍ਰਿਤ ਵੇਲੇ ਕਿਹਦਾ ਉੱਠਣ ਨੂੰ ਜੀ ਕਰਦਾ ਗਾ? ਇਹ ਕਰਾਮਾਤ ਆ। ਗੁਰੂ ਨੇ ਕਿਰਪਾ ਕੀਤੀ ਆ, ਇਸ਼ਨਾਨ ਪਾਣੀ ਸੋਧ ਕੇ ਗੁਰੂ ਕੋਲੇ ਆਉਨੇ ਆ, ਇਦੋਂ ਵੱਡੀ ਕਰਾਮਾਤ ਕੀ ਹੋਊ? ਇੱਕ ਉਹ ਆ ਜਿਹੜਾ 8 ਵਜੇ ਉੱਠੂਗਾ। ਆਹ ਕਰਾਮਾਤ ਆ ਜਿਹੜੀ ਆਪਣੇ ਆਪ ਨੂੰ ਗੁਰੂ ਨਾਲ ਜੋੜਨਾ। ਚਲੋ ਸਮਝ ਗਏ? ਉਹ ਤਾਕਤ
ਨੌ ਨਿੱਧ ਸਿੱਧ। ਸਿੱਧ ਮਤਲਬ ਉਹ ਤਾਕਤ ਜਿਹਨੂੰ ਆਪਾਂ ਕਰਾਮਾਤੀ ਤਾਕਤ ਕਹਿ ਦਿੰਦੇ, ਚੰਗਾ ਕਰਮ। ਅੱਗੇ ਗੱਲ ਕੀਤੀ ਹੈ ਰਿੱਧ ਦੀ। ਗੁਰੂ ਸਾਹਿਬ ਜੀ ਕਹਿੰਦੇ ਰਿੱਧ ਸਿੱਧ ਕਰਾਮਾਤੀ ਤਾਕਤਾਂ, ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਵੀ ਫਲਾਣੇ ਬੰਦੇ ਕੋਲੇ ਰਿੱਧੀਆਂ ਸਿੱਧੀਆਂ ਨੇ। ਪਰ ਮੈਂ ਇੱਥੇ ਰੁਕ ਕੇ ਥੋੜੀ ਜਿਹੀ ਬੇਨਤੀ ਕਰੂੰਗਾ। ਰੱਬ ਜਾਣੇ ਵੀ ਆਪਣਾ ਸੁਭਾਅ ਕਿਹੋ ਜਿਹਾ, ਵਾਹਿਗੁਰੂ ਜਾਣਦਾ, ਉਹਦੇ ਬਾਰੇ ਆਪਣਾ ਕੋਈ ਫੈਸਲਾ ਨਹੀਂ ਹੈ। ਪਰ ਜਿਹੜੀ ਇੱਥੇ ਗੱਲ ਕਹਿਣੀ ਹੈ ਨਾ, ਅੱਜ ਬਹੁਤ ਬੰਦੇ ਵੇਖੇ ਦੇ ਨੇ, ਉਹ ਦੇਖੀ ਦੇ ਜਿਹੜੇ ਨਿਤਨੇਮੀ ਵੀ ਆ। ਸੋ ਵਾਹਿਗੁਰੂ ਭਲਾ ਕਰੇ, ਆਪਣੀ ਜ਼ੁਬਾਨ ਚੋਂ ਇਹ ਪਾਵਨ ਬਚਨ ਨਿਕਲੇ ਵੀ ਉਹਨਾਂ ਨੂੰ ਵਾਹਿਗੁਰੂ ਸੁਮਤ ਬਖਸ਼ੇ, ਚੰਗੀ ਮਤ ਦੇਵੇ, ਹੈ ਨਾ। ਨਿਤਨੇਮੀ ਵੀ ਆ, ਸਹਿਜ ਪਾਠੀ ਵੀ ਆ, ਅੰਮ੍ਰਿਤਧਾਰੀ ਵੀ ਆ। ਸੋ ਸਤਿਗੁਰੂ ਪਾਤਸ਼ਾਹ, ਛੇਵੇਂ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਭਲਾ ਕਰਨ, ਉਹਨਾਂ ਦੀ ਮੱਤ ਨੂੰ ਸੁਮੱਤ ਵਿੱਚ ਤਬਦੀਲ ਕਰਨ। ਅਜੇ ਧਿਆਨ ਕਿੱਥੇ ਖੜਾ, ਫਲਾਣੇ ਬਾਬੇ ਕੋਲੇ ਤਾਂ ਬਾਹਲੀਆਂ ਤਕੜੀਆਂ ਕਰਾਮਾਤਾਂ ਨੇ, ਅਜੇ ਧਿਆਨ ਉੱਥੇ ਖੜਾ। ਮੇਰੇ ਮਨ 'ਚ ਕਦੇ ਕਦੇ ਆਉਂਦਾ ਹੁੰਦਾ ਵੀ ਯਾਰ ਕਮਾਲ ਦੀ ਗੱਲ ਆ ਵੀ ਗੁਰੂ ਦਾ ਸਿੱਖ ਹੋ ਕੇ ਵੀ ਸਾਡਾ ਜੀਵਨ ਅਜੇ ਕਰਾਮਾਤੀ ਬਨੌਟੀ ਤਾਕਤਾਂ ਨੂੰ ਦੇਖਦਾ ਫਿਰਦਾ ਗਾ। ਤੇ ਗੁਰੂ ਦਾ ਸਿੱਖ ਦਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ, ਉਹ ਆਪਾਂ ਗੁਰੂ ਤੋਂ ਪੁੱਛਾਂਗੇ ਵੀ ਸਾਡਾ ਜੀਵਨ ਆ ਨਾ ਜਿਹੜਾ, ਉਹ ਕਿਹੋ ਜਿਹਾ ਹੋਣਾ ਚਾਹੀਦਾ। ਫਿਰ ਚਲੋ ਆਪਾਂ ਆਪਣੇ ਗੁਰੂ ਨੂੰ ਆਪਣੇ ਬਾਰੇ ਵੀ ਨਹੀਂ ਪੁੱਛਾਂਗੇ, ਆਪਾਂ ਆਪਣੇ ਗੁਰੂ ਨੂੰ ਜਿਹੜਾ ਹੋਰ ਕਿਸੇ ਧਿਰ ਦੇ ਵਿੱਚੋਂ ਆਇਆ ਨਾ, ਉਹਦੇ ਬਾਰੇ ਪੁੱਛਾਂਗੇ, ਜ਼ਰੂਰ ਪੁੱਛਾਂਗੇ ਅੱਜ ਦੀ ਵਿਚਾਰ 'ਚ ਵੀ ਸਿੱਖ ਕੌਣ ਹੁੰਦਾ ਤੇ ਕਿਹੋ ਜਿਹਾ ਹੁੰਦਾ ਗਾ। ਤੇ ਸਾਡੇ ਅੰਦਰ ਦੀ ਅਵਸਥਾ ਰੱਬ ਜਾਣੇ ਕਿਹੋ ਜਿਹੀ ਆ। ਅਜੇ ਸਾਡਾ ਧਿਆਨ ਭਗਵੇਂ ਕੱਪੜਿਆਂ ਤੇ ਖਰਾ। ਬਾਬੇ ਕੋਲੇ ਤਾਂ ਬਾਹਲੀ ਤਕੜੀ ਕਰਾਮਾਤ ਆ, ਪਤਾ ਨਹੀਂ ਕੀ ਕਰਾਮਾਤ ਆ, ਕੀ ਨਾ, ਕਿਹਨੂੰ ਅਸੀਂ ਮੰਨਦੇ ਆ, ਕਿਹਨੂੰ ਨਹੀਂ ਮੰਨਦੇ। ਤੇ ਗੁਰੂ ਨੇ ਸਾਨੂੰ ਦੱਸਤਾ। ਚਲੋ ਰਿੱਧ ਸਿੱਧ ਬਨੌਟੀ ਕਰਾਮਾਤਾਂ ਨਹੀਂ, ਉਹ ਅੰਦਰੂਨੀ ਤਾਕਤਾਂ, ਜਿਨ੍ਹਾਂ ਤਾਕਤਾਂ ਕਰਕੇ ਤੂੰ ਲੋਕਾਂ ਦਾ ਦਿਲ ਜਿੱਤ ਲਵੇਂ, ਉਹ ਤਾਕਤ ਹੁੰਦੀ ਆ। ਬਾਬੇ ਨਾਨਕ ਨੇ ਰਿੱਧੀਆਂ ਸਿੱਧੀਆਂ ਵਰਤੀਆਂ, ਕਿਹੜੀਆਂ? ਹਰ ਇੱਕ ਦਾ ਦਿਲ ਜਿੱਤਿਆ, ਠੱਗ ਦਾ ਵੀ, ਚੋਰ ਦਾ ਵੀ, ਦੋਸਤ ਦਾ ਵੀ, ਮਿੱਤਰ ਦਾ ਵੀ, ਆਪਣੇ ਮਾਂ-ਪਿਓ ਦਾ ਵੀ, ਆਪਣੇ ਪਿੰਡ ਦਿਆਂ ਦਾ ਵੀ, ਅਮੀਰਾਂ ਦਾ ਵੀ, ਗਰੀਬਾਂ ਦਾ ਵੀ, ਕਿਸੇ ਦਾ ਦਿਲ ਜਿੱਤਣ ਕੰਨੋਂ ਰੱਖੇ ਨਹੀਂ ਗਾ। ਆ ਕਰਾਮਾਤਾਂ ਨੇ, ਠੀਕ ਹੈ ਨਾ। ਹੁਣ ਗੁਰੂ ਸਾਹਿਬ ਨੇ ਇੱਥੇ ਗੱਲ ਕੀ ਕਹੀ ਆ, ਦੀਨੇ ਕਰਤੇ। ਪਾਤਸ਼ਾਹ ਜੀ ਕਹਿੰਦੇ ਫਿਰ ਉਹ ਪਰਮਾਤਮਾ ਨੇ ਮੈਨੂੰ ਦੇ ਦਿੱਤੀਆਂ, ਸਤਿਗੁਰੂ ਪਾਤਸ਼ਾਹ ਨੇ ਮੈਨੂੰ ਕਰਾਮਾਤਾਂ ਦਿੱਤੀਆਂ। ਪਰ ਉਹ ਕਿਹੜੀਆਂ? ਜੋ ਆਪਾਂ ਨੂੰ ਗੁਰੂ ਸਾਹਿਬ ਨੇ ਦੱਸ ਦਿੱਤਾ, ਵਿਸ਼ੇਸ਼ ਕਰਮ। ਦੀਨੇ ਕਰਤੇ, ਕਰਤਾ ਪੁਰਖ ਨੇ ਪਰਮਾਤਮਾ ਨੂੰ ਕਰਾਮਾਤਾਂ ਦਿੱਤੀਆਂ। ਫਿਰ ਅੱਗੇ ਕੀ ਕਿਹਾਗਾ, ਟੋਟ ਨਾ ਆਵੇ। ਫਿਰ ਮੇਰੇ ਜੀਵਨ 'ਚ ਕਿਸੇ ਚੀਜ਼ ਦੀ ਥੋੜ ਹੀ ਨਹੀਂ ਰਹੀ, ਟੋਟ ਨਾ ਆਵੇ। ਫਿਰ ਵਾਹਿਗੁਰੂ ਜੀ ਕਹਿੰਦੇ ਕਾਈ ਰਾਮ, ਕਿਉਂ ਆਊਗੀ ਭਾਈ ਟੋਟ? ਆਉਂਦੀ ਵੀ ਕੋਈ ਨਹੀਂ। ਜਦੋਂ ਮੰਨ ਲਓ ਵੀ ਮੈਂ ਦੁਨੀਆ ਦੇ ਵਿੱਚੋਂ ਵਿਸ਼ੇਸ਼ ਕਰਮ ਕਰਨ ਲੱਗ ਗਿਆ, ਮੇਰੇ ਜੀਵਨ 'ਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ। ਬਸ ਆ ਹੁੰਦੀ ਆ ਕਰਾਮਾਤੀ ਤਾਕਤ। ਇਹ ਨਹੀਂ ਹੈ ਸਾਰਾ ਦਿਨ ਸੱਥ 'ਚ ਬੈਠੇ ਰਹੀਏ, ਗੱਪ ਮਾਰੀ ਜਾਈਏ, ਸਾਰਾ ਦਿਨ ਬੈਠੇ ਮੰਜੇ ਤੋੜੀ ਜਾਈਏ ਤੇ ਮੰਨੀਏ ਕਿ ਕੋਈ ਬਾਬਾ ਆਊਗਾ, ਹੱਥ ਦੇਖੂਗਾ, ਕੋਈ ਅਸੀਰਵਾਦ ਦੇਊਗਾ ਤੇ ਮੇਰਾ ਜੀਵਨ ਬਦਲੂਗਾ। ਇਉਂ ਨਹੀਂ। ਭਾਵ ਉੱਠਣਾ ਪਊਗਾ, ਉਦਮ ਕਰਨਾ ਪਊ। ਉਦਮ ਕਰਾਂਗੇ, ਨਵਾਂ ਕੰਮ ਕਰਾਂਗੇ, ਦੁਨੀਆ 'ਚੋਂ ਵਿਸ਼ੇਸ਼ ਕੰਮ ਕਰਾਂਗੇ, ਜ਼ਿੰਦਗੀ ਤਬਦੀਲ ਹੋਊਗੀ। ਥੋੜਾ ਜਿਹਾ ਇਸ਼ਾਰਾ ਲੈ ਲਵੋ। ਨੌਜਵਾਨ ਬੱਚਾ, ਉਹਨੇ ਘਰ ਦੇ ਹਾਲਾਤ ਵੇਖੇ ਵੀ ਮੇਰੇ ਬਾਪੂ ਦੀ ਕੰਡੀਸ਼ਨ ਕੀ ਸੀ। ਉਹਦੇ ਅੰਦਰ ਇੱਕ ਗਿਆਨ ਜਾਗਿਆ, ਗੁਰਮਤ ਜਾਗੀ। ਕਿਹੜੀ ਗੁਰਮਤ ਜਾਗੀ? ਗੁਰਮਤ ਇਹ ਨਹੀਂ ਵੀ ਉਹਨੇ ਅੰਮ੍ਰਿਤ ਛਕ ਲਿਆ, ਵੀ ਕਿਸੇ ਤਰ੍ਹਾਂ ਦਾ ਹੋਰ ਭੇਖੀ ਬਾਣਾ ਪਾ ਲਿਆ, ਇਦਾਂ ਦਾ ਪੱਖ ਨਹੀਂ। ਗੁਰਮਤ ਜਾਗੀ, ਗੁਰੂ ਦੀ ਮੱਤ ਵਰਤੀ ਅੰਦਰ। ਕਿਵੇਂ ਵਰਤੀ? ਉਹਦੇ ਅੰਦਰ ਦਰਦ ਪੈਦਾ ਹੋਇਆ, ਮੇਰਾ ਬਾਪ ਸਾਰੀ ਉਮਰ ਧੱਕੇ ਖਾਂਦਾ ਬਤੀਤ ਕਰ ਗਿਆ, ਮੇਰੀ ਮਾਂ ਦਰ-ਦਰ ਤੇ ਠੋਕਰਾਂ ਖਾ ਰਹੀ ਆ, ਅੱਜ ਵੀ ਖਾ ਰਹੀ ਆ। ਮੈਂ ਆਪਣੀ ਮਾਂ ਨੂੰ ਸੁੱਖ ਦੇਣਾ, ਮਤਲਬ ਆਪਣੀ ਮਾਂ ਨੂੰ ਹਰ ਇੱਕ ਲੋੜੀ ਦਾ ਸਾਧਨ ਦੇਣਾ। ਉਹਨੇ ਵਿਸ਼ੇਸ਼ ਕਰਮ ਕੀਤਾ, ਪੜ੍ਹ ਲਿਖ ਕੇ ਚੰਗਾ ਅਫਸਰ ਬਣਿਆ। ਪਹਿਲਾਂ ਵੀ ਉਦਾਹਰਨ ਦਿੱਤੀ, ਪੜ੍ਹ ਲਿਖ ਕੇ ਮੰਨ ਲਓ ਵੀ ਆਪਣਾ ਦੇਸ਼ ਛੱਡ ਕੇ ਕਿਸੇ ਹੋਰ ਦੇਸ਼ ਦੀ ਧਰਤੀ ਤੇ ਕੰਮ ਕਰਨ ਗਿਆ ਤੇ ਇੰਨੀ ਡਟ ਕੇ ਮਿਹਨਤ ਕੀਤੀ, ਆਪਣੇ ਘਰ ਦਾ ਨਮੂਨਾ ਬਦਲ ਦਿੱਤਾ। ਉਹ ਤੁਸੀਂ ਉਦਾਹਰਨਾਂ ਪਿੰਡਾਂ 'ਚੋਂ ਵੇਖ ਸਕਦੇ ਹੋ। ਇਹਨੂੰ ਕਹਿੰਦੇ ਨੇ ਤਾਕਤ। ਫਿਰ ਇਹ ਤਾਕਤ ਸਦਕਾ ਟੋਟ ਨਹੀਂ ਆਉਂਦੀ ਕਾਸੇ ਦੀ। ਜੇ ਆਪਾਂ ਕਹਾਂਗੇ ਵੀ ਨਾ, ਹੇ ਵਾਹਿਗੁਰੂ ਜੀ ਟੋਟ ਨਾ ਆਵੇ, ਬਰਕਤ ਪਾਓ, ਬਰਕਤ ਕਾਸ ਵਿੱਚ ਆ? ਕੰਮ ਵਿੱਚ ਬਰਕਤ ਆ ਗਈ।
ਏਕੇ ਵਿੱਚ ਬਰਕਤ ਆ, ਚੰਗੀ ਸੋਚ ਵਿੱਚ ਬਰਕਤ ਆ, ਚੰਗੇ ਖਿਆਲਾਂ 'ਚ ਬਰਕਤ ਆ, ਚੰਗੇ ਚਾਲ ਚੱਲਣ 'ਚ ਬਰਕਤ ਆ, ਚੰਗੇ ਕਰਮ 'ਚ ਬਰਕਤ ਆ, ਚੰਗਾ ਕੰਮ ਹੱਕ ਹਲਾਲ ਦੀ ਕਮਾਈ ਉਹਦੇ 'ਚ ਬਰਕਤ ਆ। ਬਸ ਫਿਰ ਗੁਰੂ ਸਾਹਿਬ ਕਹਿੰਦੇ ਆ ਤੇਰੇ ਲਈ ਨਾ ਕਰਾਮਾਤੀ ਤਾਕਤਾਂ ਨੇ। ਪਹਿਲੀ ਪੰਕਤੀ ਦੀ ਵਿਚਾਰ ਆ ਇਹ। ਹੁਣ ਦੁਬਾਰਾ ਫਿਰ ਇਹਨੂੰ ਮੈਂ ਰਿਪੀਟ ਕਰ ਦਾਂਗਾ ਤੇ ਧਿਆਨ ਨਾਲ ਆਪਣੇ ਹਿਰਦੇ 'ਚ ਰੱਖਣੀ ਹੈ ਸਮਝ ਕੇ। ਇੱਥੇ ਸਤਿਗੁਰਾਂ ਨੇ ਇਹ ਗੱਲ ਕਹੀ ਆ, ਪਾਤਸ਼ਾਹ ਜੀ ਕਹਿੰਦੇ ਨਵ ਨਿੱਧ ਸਿੱਧ ਰਿੱਧ, ਅੱਗੇ ਪਾਤਸ਼ਾਹ ਜੀ ਕਹਿੰਦੇ ਨਾ ਦੀਨੇ ਕਰਤੇ ਤੋਟ ਨਾ ਆਵੈ ਕਾਈ ਰਾਮ। ਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਕੋਲੇ ਫਿਰ ਸਾਰੀਆਂ ਰਿੱਧੀਆਂ ਸਿੱਧੀਆਂ ਕਰਾਮਾਤੀ ਤਾਕਤਾਂ ਆ ਜਾਂਦੀਆਂ ਨੇ। ਕਿੰਨਾਂ ਕੋਲੇ? ਜਿਨ੍ਹਾਂ ਦਾ ਇੱਕ ਵਾਹਿਗੁਰੂ ਤੇ ਭਰੋਸਾ। ਫਿਰ ਉਹਨਾਂ ਦੇ ਜੀਵਨ 'ਚ ਕਿਸੇ ਵੀ ਚੀਜ਼ ਦੀ ਥੋੜ ਨਹੀਂ ਆਉਂਦੀ, ਤੋਟ ਨਹੀਂ ਆਉਂਦੀ। ਬਸ ਜਦੋਂ ਇਹ ਗੱਲ ਕਹਿਤੀ ਨਾ ਅੱਖਰੀ ਅਰਥ, ਉਸ ਤੋਂ ਬਾਅਦ ਧਿਆਨ ਇਹ ਰਹਿ ਜਿਓ ਕਰਾਮਾਤ ਕੀ ਆ? ਚੰਗਾ ਕਰਮ, ਚੰਗੀ ਸੋਚ, ਚੰਗੇ ਵਿਚਾਰ, ਚੰਗਾ ਚਾਲ ਚੱਲਣ, ਹੱਕ ਹਲਾਲ ਦੀ ਕਮਾਈ, ਇਹ ਕਰਾਮਾਤ ਹੈ। ਇਸ ਕਰਾਮਾਤ ਨਾਲ ਅਸੀਂ ਜੁੜਨਾਗਾ। ਇਹ ਨਹੀਂ ਹੈ ਵੀ ਕਿਸੇ ਬਾਬੇ ਦੇ ਮੂੰਹ ਕਨੀ ਝਾਕਣਾਗਾ ਵੀ ਕੋਈ ਗੈਬੀ ਸ਼ਕਤੀ ਦੇਊਗਾ ਫਿਰ ਸਾਡੇ ਘਰ ਦਾ ਪਾਸਾ ਪਲਟੂਗਾ, ਫਿਰ ਅਸੀਂ ਸੁੱਖ ਦਾ ਸਾਹ ਲਵਾਂਗੇ, ਫਿਰ ਸਾਡੀਆਂ ਸਾਰੀਆਂ ਲੋੜਾਂ ਪੂਰੀਆਂ ਹੋ ਜਾਣਗੀਆਂ। ਨਾ, ਤੇਰੀਆਂ ਲੋੜਾਂ ਪੂਰੀਆਂ, ਸੁੱਖ ਦਾ ਸਾਹ, ਇਹ ਸਾਡੀਆਂ ਕਹਾਵਤਾਂ ਨੇ ਨਾ, ਇਹ ਦੱਬ ਕੇ ਬਾਹ ਰੱਜ ਕੇ ਖਾ। ਆਹ ਤਾਕਤ ਗੁਰੂ ਨਾਨਕ ਸਾਹਿਬ ਦਿੰਦਾਗਾ। ਇੱਕ ਗੱਲ ਹੋਰ ਧਿਆਨ 'ਚ ਰੱਖਿਓ, ਗੁਰੂ ਨਾਨਕ ਸਾਹਿਬ ਨੇ ਜਵਾਨੀ ਪਹਿਰੇ ਸੱਚ ਦਾ ਪ੍ਰਚਾਰ ਵੀ ਕੀਤਾ, ਘਰ ਘਰ ਜਾ ਕੇ। ਵਾਹਿਗੁਰੂ ਭਲਾ ਕਰੇ, ਰੀਤ ਬਣਾਈ ਉਹਨਾਂ ਨੇ, ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚਲਾਈ, ਘਰ ਘਰ ਜਾ ਕੇ ਸੱਚ ਦਾ ਪ੍ਰਚਾਰ ਵੀ ਕੀਤਾ। ਉਸ ਤੋਂ ਬਾਅਦ ਕੋਈ ਬਾਬੇ ਨੇ ਆਪਣਾ ਸਪੈਸ਼ਲ ਡੇਰਾ ਬਣਾ ਕੇ ਕਰਾਮਾਤੀ ਫੋਟੋਆਂ ਨਹੀਂ ਵਿਖਾਈਆਂ, ਕਰਾਮਾਤੀ ਜਾਦੂ ਟੂਣੇ ਤਾਕਤਾਂ ਨਹੀਂ ਵਿਖਾਈਆਂ। ਅੱਛਾ, ਕੀਤਾ ਕੀ? ਮੰਨ ਲਓ ਵੀ ਜਿਨ੍ਹਾਂ ਦਾ ਬਚਪਨ 9 ਤੋਂ ਲੈ ਕੇ ਗੁਰੂ ਸਾਹਿਬ ਦੀ ਸਾਰੀ ਜਵਾਨੀ ਅੱਧ ਖੜ ਉਮਰ, ਬੱਚੇ ਵੀ ਹੋ ਗਏ, ਫਿਰ ਵੀ ਗੁਰੂ ਸਾਹਿਬ ਸੱਚ ਦਾ ਪ੍ਰਚਾਰ ਕਰ ਰਹੇ ਨੇ, ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰ ਰਹੇ ਨੇ। ਉਸ ਤੋਂ ਬਾਅਦ ਕਰਾਮਾਤ ਇਹ ਨਹੀਂ ਹੈ ਵੀ ਗੁਰੂ ਨਾਨਕ ਸਾਹਿਬ ਨੇ ਹਥੌਲੇ ਪਾਉਣੇ ਸ਼ੁਰੂ ਕਰਤੇ, ਜਾਦੂ ਮੰਤਰ ਦੇਣੇ ਸ਼ੁਰੂ ਕਰਤੇ, ਕਰਾਮਾਤਾਂ ਦਿਖਾਉਣੀਆਂ ਸ਼ੁਰੂ ਕਰਤੀਆਂ। ਨਾ, ਗੁਰੂ ਨਾਨਕ ਸਾਹਿਬ ਨੇ ਜਵਾਨੀ ਅੱਧ ਖੜ ਉਮਰ ਬਤੀਤ ਕਰਨ ਤੋਂ ਬਾਅਦ ਬੁਢੇਪੇ ਵਿੱਚ ਆ ਕੇ ਹਲ ਚੱਕ ਲਿਆ ਸੀ। ਹਲ ਤੋਂ ਭਾਵ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਸੀ। ਮਿਹਨਤ ਹੀ ਕਰਾਮਾਤ ਹੈ। ਫਿਰ ਅੱਗੇ ਪਾਤਸ਼ਾਹ ਜ਼ਿਕਰ ਕਰਦੇ ਨੇ, ਹੁਣ ਤੁਸੀਂ ਇੰਨਾ ਸਮਝ ਗਏ। ਪਾਤਸ਼ਾਹ ਜੀ ਕਹਿੰਦੇ ਖਾਤ ਖਰਚਤ ਵਿਲਸ਼ਤ ਸੁਖ ਪਾਇਆ। ਖਾਂਦਿਆਂ ਖਾਤ ਖਰਚਤ, ਖਰਚਦੇ ਆ, ਖਾਂਦਿਆਂ ਖਰਚਦਿਆਂ, ਬਿਲਸਤ ਸੁਖ ਪਾਇਆ। ਬਿਲਸਤ ਤੋਂ ਭਾਵ ਹੈ ਮਾਣਦੇ ਆ, ਖਾਣਾ ਪੀਣਾ, ਹੱਸਣਾ ਸੌਣਾ, ਇਹ ਸਭ ਕੁਝ ਆਪਣਾ ਜ਼ਿੰਦਗੀ ਦੇ ਨਾਲ ਹੰਢਾ ਰਹੇ ਹਾਂ, ਬਤੀਤ ਕਰ ਰਹੇ ਹਾਂ। ਤੇ ਗੁਰੂ ਸਾਹਿਬ ਨੇ ਕੀ ਕਿਹਾ? ਸੋਹਣੀ ਜ਼ਿੰਦਗੀ ਬਤੀਤ ਕਰ। ਧਿਆਨ ਵਿੱਚ ਰੱਖਿਓ, ਗੁਰੂ ਦਾ ਗੁਰਬਾਣੀ ਵਿੱਚ ਸਾਡੇ ਲਈ ਸਭ ਤੋਂ ਵੱਡਾ ਸਰਵੋਤਮ ਗ੍ਰੰਥ ਗੁਰਬਾਣੀ ਆ। ਗੁਰਬਾਣੀ ਵਿੱਚ ਇਦਾਂ ਦੀ ਵਿਚਾਰ ਦੇਖੋ ਮੈਨੂੰ ਨਹੀਂ ਮਿਲੀ। ਤੁਸੀਂ ਸਹਿਜ ਪਾਠ ਕਰਦੇ ਹੋ, ਨਿਤਨੇਮ ਕਰਦੇ ਹੋ, ਜਾਂ ਸੁਣਦੇ ਹੋ, ਜਾਂ ਕਦੇ ਕਿਸੇ ਬਾਬੇ ਨੂੰ ਪੁੱਛ ਵੀ ਲਿਓ, ਕੋਈ ਏਡੀ ਗੱਲ ਨਹੀਂ ਹੈ ਵੀ ਭਾਈ ਸਾਹਿਬ ਸਾਨੂੰ ਦੱਸੋ ਗੁਰਬਾਣੀ 'ਚ ਆਹ ਗੱਲ ਲਿਖੀ ਹੈ ਜਿਹੜੀ ਆਪਾਂ ਹੁਣ ਗੁਰੂ ਸਾਹਿਬ ਤੋਂ ਪੁੱਛਣੀ ਆ, ਵੀ ਇਹ ਲਿਖਿਆ ਹੋਵੇ ਤੂੰ ਭੁੱਖ ਨੰਗ ਨਾਲ ਘੁਲਦਾ ਰਹਿ। ਕਿਤੇ ਵੀ ਨਹੀਂ ਲਿਖਿਆ, ਕਿਤੇ ਵੀ ਨਹੀਂ ਲਿਖਿਆ ਵੀ ਤੇਰੇ ਪਾਟੇ ਝਿੱਟੇ ਜੇ ਕੱਪੜੇ ਹੋਣ, ਰੁੱਖਾ ਮਿੱਛਾ ਤੂੰ ਖਾਂਦਾ ਹੋਵੇਂ, ਨੰਗ ਮਲੰਗ ਜੀਆਂ ਗੱਲਾਂ ਕਰਦਾ ਹੋਵੇਂ, ਇਦਾਂ ਦੀ ਭਖਾਰੀਆਂ ਵਾਲੀ ਜ਼ਿੰਦਗੀ ਜਿਉਂ। ਨਾ, ਸੋਚ ਦੇ ਵਿੱਚ ਨੀਵਾਂਪਣ ਰੱਖਣਾ, ਭਾਵ ਗੁਰੂ ਅੱਗੇ ਝੁਕ ਕੇ ਰਹਿਣਾ, ਨਿਮਰਤਾ ਦੇ ਵਿੱਚ ਰਹਿਣਾ। ਇਹ ਗੱਲ ਦੱਸੀ ਆ। ਮਨ ਨੀਵਾ, ਮਨ ਨੂੰ ਨੀਵਾ ਰੱਖਣਾ, ਮੱਤ ਸਿਆਣੀ ਬਣਾ ਕੇ ਰੱਖਣੀ, ਉੱਚੀ ਰੱਖਣੀ ਆ। ਅੱਛਾ, ਜਿਨ੍ਹਾਂ ਦੀ ਮੱਤ ਉੱਚੀ ਹੋਵੇ ਨਾ, ਮਨ ਨੀਵਾ ਹੋਵੇ, ਚੇਤਾ ਰੱਖਿਓ ਉਹ ਗਰੀਬ ਹੁੰਦਿਆਂ ਹੋਇਆਂ ਵੀ ਗਰੀਬ ਨਹੀਂ ਹੁੰਦੇਗੇ। ਭਗਤ ਰਵਿਦਾਸ ਗਰੀਬ ਆ ਨਾ, ਗਰੀਬ ਹੁੰਦਿਆਂ ਹੋਇਆਂ ਵੀ ਗਰੀਬ ਨਹੀਂ ਹੈ। ਭਗਤ ਕਬੀਰ ਗਰੀਬ ਆ, ਗਰੀਬ ਹੁੰਦਿਆਂ ਹੋਇਆਂ ਵੀ ਗਰੀਬ ਨਹੀਂ ਹੈ। ਸਿੰਘਾਂ ਉੱਪਲ ਜਿਨ੍ਹਾਂ ਨੂੰ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਆਪਣੀ ਜ਼ਿੰਦਗੀ ਦੇ ਵਿੱਚ ਵੇਖਿਆ, ਉਹਨਾਂ ਤੋਂ ਕੁਝ ਸਿੱਖਿਆ। ਅਤੀ ਗਰੀਬ ਆ, ਜਿਹਦੇ ਘਰ ਸਵੇਰ ਰੋਟੀ ਬਣੀ ਹੈ, ਸ਼ਾਮ ਨੂੰ ਰੋਟੀ ਦਾ ਆਟਾ ਨਹੀਂ ਹੈ। ਪਰ ਚੇਤਾ ਰੱਖਿਓ, ਆ ਅੱਤ ਦੇ ਭੈੜੇ ਹਾਲਾਤਾਂ ਵਿੱਚੋਂ ਦੀ ਜ਼ਿੰਦਗੀ ਗੁਜ਼ਾਰਨ ਵਾਲਾ ਸਿੰਘਾਂ ਉੱਪਲ ਗਰੀਬ ਆ, ਪਰ ਗਰੀਬ ਹੁੰਦਿਆਂ ਹੋਇਆਂ ਵੀ ਗਰੀਬ ਨਹੀਂ ਹੈ, ਦਿਲ ਅਮੀਰ ਆ।
जिथों सानू सिक्ख्या की मिलती आ, भाव सोहनी जिंदगी जिउणी आ। ते गुरदेव पातशाह ने दूसरा पक्ष की कहागा, जीवन विच लालच भी नहीं लेके आउणा। ये भी नहीं है दूसरिਆਂ ਨੂੰ मारना शुरू कर देगे सोहनी जिंदगी जिउण दे लई। अज रिवाज आ दुनिया दा अपने आप नूं सोहना बनाउण दे लई, चंगा बनाउण दे लई दूजिਆਂ ਨੂੰ खत्म करना। ये भी नहीं पक्ष लेना, दोने पक्ष रखने आ। अपने जीवन विच इदां दे हालात भी नहीं बनाउणे भी गुरु कोलों असीं लाहनत पवाईए, इदां दे हालात भी नहीं बनाउणे ते गुरु सानू सारी उम्र समझाउंदी लंघ जावे तू लालची ना बन, लोभी ना बन। भाव ਉਹ ਜ਼ਿੰਦਗੀ ਜਿਉਂ ਜਿਹੜੀ ਜ਼ਿੰਦਗੀ ਤੈਨੂੰ ਗੁਰੂ ਸਾਹਿਬ ਨੇ ਸਿਖਾਇਆਗਾ। ਹੁਣ ਚੇਤਾ ਰੱਖਿਓ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹਾਲਾਤ ਵੇਖੋ। 9 ਸਾਲ ਦੀ ਉਮਰ ਦੇ ਵਿੱਚ ਜ਼ਿੰਮੇਵਾਰੀ ਪੈਂਦੀ ਹੈ ਨਾ, ਹਾਲਾਤ ਵੇਖੋ। ਉਹ ਇੱਕ ਦਿਨ ਵੀ ਐਸਾ ਨਹੀਂ ਹੈ ਜਿਸ ਦਿਨ ਗੁਰੂ ਸਾਹਿਬ ਜੀ ਕੋਲ ਕੋਈ ਕਿਸੇ ਤਰ੍ਹਾਂ ਦਾ ਵਿਪਤਾ ਭਰਿਆ ਸਮਾਂ ਨਾ ਆਇਆ ਹੋਵੇ। ਇੱਕ ਦਿਨ ਵੀ ਨਿਗਾਹ ਮਾਰ ਕੇ ਵੇਖੋ। ਪਰ ਜ਼ਿੰਦਗੀ ਕਿਹੋ ਜੀ ਆ, ਕਹਾਉਂਦੇ ਕੀ ਨੇ ਪਾਤਸ਼ਾਹ। ਜ਼ਿੰਦਗੀ ਕਿਹੋ ਜੀ ਆ, ਦੁਨੀਆ 'ਚ ਬਾਦਸ਼ਾਹ ਨੂੰ ਮਾਨਤਾ ਦਿੱਤੀ ਜਾਂਦੀ ਵੀ ਬਾਦਸ਼ਾਹ ਰਾਜਾ ਹੈਗਾ, ਪਰ ਗੁਰੂ ਸਾਹਿਬ ਰਾਜਿਆਂ ਦਾ ਵੀ ਮਹਾਰਾਜਾ। ਤੁਮ ਹੋ ਰਾਜਨ ਕੇ ਰਾਜਾ, ਉਹ ਰਾਜਿਆਂ ਦਾ ਵੀ ਰਾਜਾ। ਇੰਨੀ ਵਿਪਤਾ ਦੀ ਜ਼ਿੰਦਗੀ, ਦੁੱਖਾਂ ਭਰੀ ਜ਼ਿੰਦਗੀ। 9 ਸਾਲ ਦੀ ਉਮਰ ਵਿੱਚ ਬਾਪ ਤੋਰਿਆ, ਉਸ ਤੋਂ ਬਾਅਦ 42 42.5 ਸਾਲ ਦੀ ਟੋਟਲ ਉਮਰ ਆ ਮੇਰੇ ਪਾਤਸ਼ਾਹ ਦੀ, ਪਰ ਇੱਕ ਦਿਨ ਵੀ ਗੁਰੂ ਸਾਹਿਬ ਨੇ ਘਟੀਆ ਸੋਚ ਨਹੀਂ ਆਪਣੇ ਦਿਮਾਗ 'ਚ ਰੱਖੀ। ਇੱਥੋਂ ਸਿੱਧ ਹੋ ਗਿਆ ਗੁਰੂ ਸਾਹਿਬ ਜੀ ਕਹਿੰਦੇ ਖਾਤ ਖਰਚਤ, ਦੱਬ ਕੇ ਵਾਹ ਰੱਜ ਕੇ ਖਾ ਤੋਂ ਭਾਵ ਕੀ ਆ, ਭਾਵ ਆਪਣੀ ਜ਼ਿੰਦਗੀ ਸੋਹਣੀ ਬਤੀਤ ਕਰ। ਖਾਤ ਖਰਚਤ ਬਿਲਸ਼ਤ ਮਾਨਣਾ, ਕੀ ਮਾਨਣਾ, ਸੁਖ ਪਾਇਆ। सुख मानना मतलब अपने आप नूं अंदरों सुकून विच रखना भी जो मेरे कोले है बहुत आ बस, इदा मतलब हौसला रखना। खात खर्चत बिलशत सुख पाया, करते की दात सवाई राम। गारंटी आ गुरु नानक साहब कहते कदे भी जे तू इदां दी जिंदगी जिउवेगा ना, हौसले वाली जिंदगी जिउवेगा, कदे भी तेरी जिंदगी च घाटा नहीं आऊगा। एक ना अपनी कहावत आ, जीवे आसा मरे नरासा। निराश नहीं होना चाहिए जिंदगी तो, आस रखनी चाहिए वड्डी। ਜਦੋਂ ਵੱਡੀ ਆਸ ਆ ਨਾ ਤੇ ਵੱਡੀ ਆਸ ਵਾਲੇ ਗੁਰੂ ਸਾਹਿਬ ਜੀ ਕਹਿੰਦੇ ਦਿਨ ਦਿਨ ਦੂਨ ਸਵਾਈ, ਕਹਿੰਦੇ ਦਿਨ ਦਿਨ ਨਾ ਉਹ ਦੂਣੇ ਚੌਣੇ ਹੁੰਦੇ ਨੇ, ਘਟਦੇ ਨਹੀਂ ਹਨ, ਵੱਧਦੇ ਨੇ। ਆਪਾਂ ਬਾਣੀ ਚ ਇੱਕ ਸ਼ਬਦ ਪੜ੍ਹਦੇ ਨੇ, ਵੈਸੇ ਉਹ ਗੁਰਮਤ ਗਿਆਨ ਵੱਲ ਇਸ਼ਾਰਾ ਕਰਦਾਗਾ। ਖਾਵੋ ਪੀਵੋ ਰਲ ਮਿਲ ਭਾਈ, ਟੋਟ ਨਾ ਆਵੇ ਵੱਧਦੋ ਜਾਈ। ਉਹ ਪਾਵਨ ਸ਼ਬਦ ਨਾ ਗੁਰੂ ਦੇ ਗਿਆਨ ਵੱਲ ਇਸ਼ਾਰਾ ਕਰਦਾ ਹੈਗਾ। ਸੇ ਤਨਵੰਤ ਜਿਨ ਨਾਮ, ਜਿਨ੍ਹਾਂ ਨੇ ਆਪਣਾ ਧਿਆਨ ਵਾਹਿਗੁਰੂ ਦੇ ਗਿਆਨ ਵੱਲ, ਨਾਮ ਵੱਲ ਲਾਇਆ ਗਾ, ਉਹ ਧਨੀ ਨੇ। ਭਾਗ ਠੜੇ ਕੌਣ, ਉਹ ਵੱਡੇ ਭਾਗਾਂ ਵਾਲੇ ਨੇ। ਹਰ ਸੰਤ ਤੁਮਾਰੇ, ਉਹ ਰੱਬ ਦੇ ਪਿਆਰੇ ਸੰਤ ਜਨ ਵੱਡੇ ਭਾਗਾਂ ਵਾਲੇ ਨੇ, ਵੱਡੀ ਚੰਗੀ ਕਿਸਮਤ ਵਾਲੇ ਨੇ, ਅਮੀਰ ਨੇ। ਕੌਣ, ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰਨਾਮਾ। ਭਾਵ ਗੁਰੂ ਸਾਹਿਬ ਜੀ ਕਹਿੰਦੇ ਆ ਜ਼ਿੰਦਗੀ ਤੂੰ ਜਿਵਾਂ ਕਰ। ਫਿਰ ਪਾਤਸ਼ਾਹ ਜੀ ਕਹਿੰਦੇ ਤੇ ਕਰਤੇ ਕੀ ਦਾਤ ਸਵਾਈ ਰਾਮ, ਦਾਤ ਸਵਾਈ ਨਿਖੁੱਟ ਨਾ ਜਾਈ। ਅੱਗੇ ਪਾਤਸ਼ਾਹ ਜੀ ਕਹਿੰਦੇ ਨੇ ਦਾਤ ਸਵਾਈ ਨਿਖੁੱਟ ਨਾ ਜਾਈ। ਗੁਰਦੇਵ ਪਾਤਸ਼ਾਹ ਜੀ ਕਹਿੰਦੇ ਯਕੀਨ ਜਾਣੀ, ਕਹਿੰਦੇ ਇਸ ਦਾਤ ਦੀ ਬਰਕਤ ਨਾਲ ਉਹਨਾਂ ਨੂੰ ਹਰੇਕ ਦੇ ਦਿਲ ਦੀ ਜਾਣਨ ਵਾਲਾ ਪ੍ਰਮਾਤਮਾ ਮਿਲ ਜਾਂਦਾਗਾ। ਜਿਨ੍ਹਾਂ ਨੇ ਇੱਥੋਂ ਤੱਕ ਇੰਨੀ ਵਿਚਾਰ ਨੂੰ ਆਪਣੀ ਜ਼ਿੰਦਗੀ 'ਚ ਲਿਆਂਦਾ ਨਾ, ਉਹਨਾਂ ਦਾ ਜੀਵਨ ਦਾ ਸੁਭਾਅ ਹਰੇਕ ਨੂੰ ਪਰਖਣ ਵਾਲਾ ਬਣ ਜਾਂਦਾ। ਹਰੇਕ ਤੇ ਭਾਵ ਉਹਨਾਂ ਦਾ ਜੀਵਨ ਇਉਂ ਕਹਿ ਲੋ ਸਿੱਖਿਆ ਲੈਣ ਵਾਲਾ ਬਣ ਜਾਂਦਾਗਾ। ਭਾਵੇਂ ਉਹਨਾਂ ਨੂੰ ਕੋਈ ਜ਼ਿੰਦਗੀ ਦੇ ਵਿੱਚ ਮਾੜਾ ਵਿਅਕਤੀ ਮਿਲਿਆ ਤੇ ਭਾਵੇਂ ਚੰਗੀਆਂ ਆਦਤਾਂ ਵਾਲਾ ਵਿਅਕਤੀ ਮਿਲਿਆ, ਉਹ ਹਰੇਕ ਤੋਂ ਕੁਝ ਨਾ ਕੁਝ ਸਿੱਖ ਲੈਂਦੇ ਨੇ, ਪਰਖ ਕਰਦੇ ਨੇ। ਉਹਨਾਂ ਦੀ ਜ਼ਿੰਦਗੀ ਪਾਰਖੂ ਬਣ ਜਾਂਦੀ ਆ। ਨਿਖੁੱਟ ਨਾ ਜਾਈ ਭਾਵ ਉਹਨਾਂ ਦੀ ਜ਼ਿੰਦਗੀ ਵਿੱਚ ਅਜਿਹਾ ਵਕਤ ਨਹੀਂ ਹੈ ਵੀ ਕਦੇ ਉਹਨਾਂ ਦੀ ਜ਼ਿੰਦਗੀ 'ਚ ਜਿਸ ਚੀਜ਼ ਨੂੰ ਹੱਥ ਪਾਇਆ ਉਹ ਖੋਟੀ ਹੋਵੇ, ਚੰਗੀ ਬਣ ਜਾਂਦੀ ਆ। ਰੱਬ ਦੇ ਪਿਆਰਿਆਂ ਦਾ ਸੁਭਾਅ ਇਦਾਂ ਦਾ ਬਣ ਜਾਂਦਾ। ਪਰ ਸਤਿਗੁਰੂ ਪਾਤਸ਼ਾਹ ਨਿਖੁੱਟ ਨਾ ਜਾਈ, ਅੰਤਰਜਾਮੀ ਪਾਇਆ। ਅੰਤਰਜਾਮੀ ਪਰਮਾਤਮਾ ਨੂੰ ਜਦੋਂ ਅਸੀਂ ਪਾ ਲਿਆ, ਫਿਰ ਸੋਹਣੀ ਜ਼ਿੰਦਗੀ ਜਿਉਵਾਂਗੇ। ਕੋਟ ਬਿਗਨ ਸਗਲੇ ਉੱਠ ਨਾਠੇ। ਕੋਟ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਕਰੋੜਾਂ, ਕੋਟ ਬਿਗਨ ਸਗਲੇ ਉੱਠ ਨਾਠੇ।
ਉੱਠ ਗਏ, ਨਾਠੇ, ਨੱਸ ਗਏ। ਨੱਸ ਗਏ ਤੋਂ ਭਾਵ ਭੱਜ ਗਏ, ਖਤਮ ਹੀ ਹੋ ਗਏ ਮੇਰੀ ਜ਼ਿੰਦਗੀ 'ਚ। ਕਰੋੜਾਂ ਦੁੱਖ ਤਕਲੀਫ ਹੌਸਲੇ ਵਿੱਚ ਜ਼ਿੰਦਗੀ ਜਿਉਣ ਵਾਲਿਆਂ ਦੇ ਭੱਜ ਜਾਂਦੇ ਨੇ। ਗੁਰੂ ਪਾਤਸ਼ਾਹ ਨੇ ਅੱਜ ਦੱਸਿਆ ਨਾ ਵੀ ਅੱਜ ਦੇ ਸ਼ਬਦ ਵਿੱਚ ਆਪਣੀ ਜ਼ਿੰਦਗੀ 'ਚ ਭਾਵੇਂ ਤੇਰੀ ਦਰਮਿਆਨੀ ਜ਼ਿੰਦਗੀ ਆ, ਭਾਵੇਂ ਆਰਥਿਕ ਪੱਖੋਂ ਤੂੰ ਕਮਜ਼ੋਰ ਆ ਤੇ ਭਾਵੇਂ ਤੂੰ ਸੌਖਾ ਗਾ, ਜਿਹੋ ਜਿਹੀ ਵੀ ਜ਼ਿੰਦਗੀ ਹੈ ਬਸ ਹੌਸਲਾ ਜ਼ਰੂਰੀ ਆ। ਭਾਵ ਤੂੰ ਹੌਸਲੇ ਨੂੰ ਢਹਿੰਦੀ ਕਲਾ ਵਿੱਚ ਨਾ ਲੈ ਕੇ ਆਈ। ਅੱਜ ਚੇਤਾ ਰੱਖਿਓ, ਜਦੋਂ ਮਨੁੱਖ ਹਰਦਾ ਤਾਂ ਹੌਸਲੇ ਤੋਂ ਡਿੱਗ ਕੇ ਹਰਦਾ ਗਾ, ਤੇ ਗੁਰੂ ਸਾਹਿਬ ਜੀ ਕਹਿੰਦੇ ਹੌਸਲੇ ਵਿੱਚ ਰਹਿ। ਕੋਟ ਵਿਘਨ ਸਗਲੇ ਉਠ ਨਾਟੇ, ਦੁੱਖ ਨਾ ਨੇੜੇ ਆਇਆ। ਜਦੋਂ ਤੂੰ ਹੌਸਲੇ 'ਚ ਆ, ਦੁੱਖ ਭਾਵੇਂ ਸਰੀਰਕ ਆਉਂਦੇ ਵੀ ਆ, ਪਰ ਤੈਨੂੰ ਕੀ ਲੱਗਣਗੇ, ਮੇਰੇ ਨੇੜੇ ਦੁੱਖ ਆ ਨਹੀਂ ਸਕਦਾ। ਕਈ ਵਾਰ ਚਿੱਤਾ ਰੱਖਿਓ, ਡਾਕਟਰ ਦੇ ਬੈੱਡ ਤੇ ਪਿਆ ਹੋਇਆ ਮਨੁੱਖ ਨਾ, ਜੇ ਉਹਦੀ ਜ਼ਿੰਦਗੀ 'ਚ ਹੌਸਲਾ, ਉਹਦੀ ਜ਼ਿੰਦਗੀ ਦੇ ਵਿੱਚ ਨਾ ਇਦਾਂ ਦਾ ਪੱਖ ਆ ਵੀ ਉਹ ਡਰਦਾ ਨਹੀਂ ਹੈ, ਅੰਦਰੋਂ ਨਿਡਰ ਆ। ਅੱਤ ਦੀ ਭੈੜੀ ਬਿਮਾਰੀ ਵਿੱਚ ਵੀ ਵਿਅਕਤੀ ਹੌਸਲੇ ਵਿੱਚ ਰਹਿੰਦਾ ਹੋਇਆ ਆਪਾਂ ਨੂੰ ਪਤਾ ਘਬਰਾਉਂਦਾ ਨਹੀਂ ਹੈ। ਜੇ ਬਿਮਾਰੀ ਮਾਮੂਲੀ ਜੀ ਹੈ ਨਾ, ਕਈ ਵਾਰ ਆਪਾਂ ਵੇਖਦੇ ਹਾਂ ਮਾਮੂਲੀ ਜੀ ਬਿਮਾਰੀ, ਪਰ ਉਹ ਵਿਅਕਤੀ ਕਿਹੋ ਜਿਹਾ ਜ਼ਿੰਦਗੀ ਜਿਉਂਦਾ, ਕਿਹੋ ਜਿਹਾ ਪੱਖ ਜਿਉਂਦਾ ਗਾ, ਡਰ ਗਿਆ, ਹੌਸਲਾ ਛੱਡ ਗਿਆ। ਕੁਝ ਟਾਈਮ ਬਾਅਦ ਰਿਪੋਰਟ ਕੀ ਆ ਗਈ ਵੀ ਮਰ ਗਿਆ। ਗੱਲਾਂ ਕੀ ਹੁੰਦੀਆਂ ਜੀ, ਬਿਮਾਰੀ ਦਾ ਬਿਲਕੁਲ ਹੀ ਨੋਰਮਲ ਸੀ, ਛੋਟੀ ਸੀ, ਕੋਈ ਡਰਨ ਵਾਲੀ ਗੱਲ ਨਹੀਂ ਸੀ। ਪਰ ਚੇਤਾ ਰੱਖਿਓ, ਇਸ ਗੱਲ ਨਾਲ ਡਾਕਟਰ ਵੀ ਸਹਿਮਤ ਆ ਵੀ ਜਿਹਦੇ ਕੋਲੇ ਹੌਸਲਾ ਨਾ, ਕਿੰਨੀ ਭੈੜੀ ਬਿਮਾਰੀ ਹੋਵੇ ਉਹਦਾ ਇਲਾਜ ਕਰਨਾ ਸਾਨੂੰ ਵੀ ਸੌਖਾ ਹੁੰਦਾ ਗਾ। ਗੁਰੂ ਸਾਹਿਬ ਇੱਥੇ ਕਹਿੰਦੇ ਫਿਰ ਤੂੰ ਭਾਈ ਆਪਣੀ ਜ਼ਿੰਦਗੀ 'ਚ ਹੌਸਲਾ ਜ਼ਰੂਰ ਰੱਖੀ। ਇੱਕ ਕਰਤਾ ਪੁਰਖ ਤੋਂ ਜ਼ਰੂਰ ਨਾਮ ਦੀ ਦਾਤ ਪ੍ਰਾਪਤ ਕਰੀ। ਉਹ ਨਾਮ ਦੀ ਦਾਤ ਨੇ ਤੇਰੀ ਜ਼ਿੰਦਗੀ ਦੇ ਵਿੱਚ ਹੌਸਲਾ ਲੈ ਕੇ ਆਉਣਾ। ਛੇਵੇਂ ਪਾਤਸ਼ਾਹ ਦਾ ਦਰਬਾਰ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਸ਼ਰਨ ਵਿੱਚ ਦੋ ਵਿਅਕਤੀਆਂ ਦਾ ਇੱਕ ਇਸਲਾਮੀ ਮਤ ਨਾਲ ਸੰਬੰਧ ਰੱਖਣ ਵਾਲਿਆਂ ਦਾ ਜ਼ਿਕਰ ਆਉਂਦਾ ਗਾ। ਚੇਤਾ ਰੱਖਿਓ ਕਿਹਦੀ ਗੱਲ ਆ, ਜਿਸ ਦੇ ਦਰਬਾਰ ਵਿੱਚ ਅਸੀਂ ਬੈਠੇ ਆ। ਇਹ ਕਿਹਦਾ ਦਰਬਾਰ ਆ? ਛੇਵੇਂ ਪਾਤਸ਼ਾਹ ਦਾ। ਇੱਕ ਮੈਂ ਥੋੜੀ ਜਿਹੀ ਰੁਕ ਕੇ ਤੇ ਗੱਲ ਕਵਾਂਗਾ। ਕਈ ਵਾਰ ਨਾ ਸਾਡੇ ਧਿਆਨ ਦੇ ਵਿੱਚ ਇੱਕ ਗੱਲ ਜਾਂਦੀ ਆ, ਕਿਹੜੀ? ਇਹ ਗੱਲ ਜਾਂਦੀ ਆ ਵੀ ਨਹੀਂ ਜੀ, ਇਹ ਕੋਈ ਬਹੁਤਾ ਫਰਕ ਨਹੀਂ ਹੁੰਦਾਗਾ। ਧਰਮ ਦੀ ਜਗ੍ਹਾ ਧਰਮ ਦੀ ਜਗ੍ਹਾ ਹੀ ਹੁੰਦੀ ਆ, ਭਾਵੇਂ ਕਿਹੋ ਜਿਹੀ ਹੋਵੇ। ਨਹੀਂ, ਬਹੁਤ ਵੱਡਾ ਫਰਕ ਆ। ਕਿਉਂਕਿ ਬਾਣੀ ਵੀ ਇਸ ਗੱਲ ਨਾਲ ਸਹਿਮਤ ਆ ਨਾ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੀ। ਸਰੀਰਕ ਤਲ ਤੇ ਵੀ ਜਿੱਥੇ ਮੇਰਾ ਸਤਿਗੁਰ ਵਗ ਜਾਂਦਾ ਨਾ, ਉਹ ਥਾਂ ਸੁਹਾਵਾ ਬਣ ਜਾਂਦਾ, ਸੋਹਣਾ ਬਣ ਜਾਂਦਾ, ਚੰਗਾ ਬਣ ਜਾਂਦਾ ਗਾ। ਆਪਣਾ ਘਰ ਭਾਵੇਂ ਕਰੋੜਾਂ ਰੁਪਈਆਂ ਦੀ ਲਾਗਤ ਨਾਲ ਬਣਿਆਗਾ, ਪਰ ਲੰਘਣ ਵਾਲੇ ਕਦੇ ਘਰ ਨੂੰ ਨਮਸਕਾਰ ਨਹੀਂ ਕਰਨਗੇ। ਆਪਣੀ ਭਾਵੇਂ ਘਰ ਦੀ ਦਰਮਿਆਨੀ ਹਾਲਤ ਆ, ਜਾਂ ਆਪਣਾ ਘਰ ਇੱਕ ਝੌਂਪੜੀ ਦੇ ਰੂਪ ਚ ਆ, ਲੰਘਣ ਵਾਲੇ ਕਦੇ ਸਿਰ ਨਹੀਂ ਝੁਕਾਉਣਗੇ। ਪਰ ਇਹ ਗੱਲ ਧਿਆਨ ਵਿੱਚ ਰੱਖਿਓ, ਉਸੇ ਝੌਂਪੜੀ ਚ ਜਾਂ ਕਰੋੜਾਂ ਦੀ ਲਾਗਤ ਨਾਲ ਬਣੇ ਹੋਏ ਮਕਾਨ ਦੇ ਵਿੱਚ ਗੁਰੂ ਸਾਹਿਬ ਚਲੇ ਜਾਣ ਤੇ ਰਸਤੇ ਵਿੱਚੋਂ ਦੀ ਲੰਘਣ ਵਾਲੇ ਉਸ ਘਰ ਵੱਲ ਮੂੰਹ ਕਰਕੇ ਸਿਰ ਆਪਣਾ ਝੁਕਾ ਦਿੰਦੇ ਨੇ। ਸਿਰਫ ਕਿਉਂ? ਇਸੇ ਕਰਕੇ ਇਸ ਘਰ ਵਿੱਚ ਜਿਹੜਾ ਮੈਂ ਸਿਰ ਝੁਕਾਇਆ ਨਾ, ਮੈਂ ਗੁਰੂ ਕਰਕੇ ਝੁਕਾਇਆਗਾ। ਜਿਹੜੀ ਗੱਲ ਆਪਾਂ ਕਹਿਣੀ ਚਾਹੁੰਦੇ ਸੀ, ਕਈ ਵਾਰ ਆਪਣੇ ਖਿਆਲ ਬਣ ਜਾਂਦਾ ਜੀ ਆਪਾਂ ਨੂੰ ਤਾਂ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ, ਫਿਰ ਕੀ ਹੋ ਗਿਆ। ਪਰ ਜਿਹੜਾ ਆ ਛੇਵੇਂ ਪਾਤਸ਼ਾਹ ਦਰਬਾਰ ਨੂੰ, ਗੁਰੂ ਨਾਨਕ ਦਾ ਦਰਬਾਰ ਆ, ਜਿੱਥੇ ਮੇਰੇ ਪਾਤਸ਼ਾਹ ਦੇ ਪੈਰ ਚਰਨ ਪਏ ਹੋਏ ਨੇ, ਸੱਚ ਜਾਣਿਓ ਉਸ ਧਰਤੀ ਨੂੰ ਤਾਂ ਜਿੰਨਾ ਸਜਦਾ ਹੋ ਜੇ ਉਹਨਾਂ ਥੋੜਾ ਗਾ। ਜਿੰਨਾ ਉਸ ਧਰਤੀ ਤੇ ਆ ਕੇ ਆਪਾਂ ਕੁਝ ਪ੍ਰਾਪਤ ਕਰ ਲਗੇ ਨਾ, ਉਨਾ ਹੀ ਥੋੜਾ ਗਾ ਬਸ। ਇਹ ਕਦੇ ਖਿਆਲ ਨਾ ਬਣਾਇਓ। ਨਹੀਂ ਜੀ, ਕਈ ਵਾਰ ਆਪਾਂ ਇਸ ਗੁਰੂ ਪਾਤਸ਼ਾਹ ਦੇ ਦਰਬਾਰ ਨਾਲ ਨਾ ਆਮ ਲੋਕਾਂ ਦੀਆਂ ਬਿਲਡਿੰਗਾਂ, ਆਮ ਡੇਰੇਦਾਰਾਂ ਦੀਆਂ ਬਿਲਡਿੰਗਾਂ ਨੂੰ ਤੋਲ ਦਿੰਦੇ ਆ, ਨਾਪ ਦਿੰਦੇ ਆ। ਨਹੀਂ, ਛੇਵੇਂ ਪਾਤਸ਼ਾਹ ਛੇਵੇਂ ਪਾਤਸ਼ਾਹ ਹੀ ਆ, ਜਾਂ ਗੁਰੂ ਨਾਨਕ ਸਾਹਿਬ ਗੁਰੂ ਨਾਨਕ ਸਾਹਿਬ ਹੀ ਆ। ਜਿੱਥੇ ਮੇਰੇ ਪਾਤਸ਼ਾਹ ਦੇ ਪੈਰ ਪਏ ਨੇ, ਉਹ ਜਗ੍ਹਾ ਦਾ ਰੰਗ ਰੂਪ ਬਦਲ ਗਿਆ। ਕਿਵੇਂ ਬਦਲਿਆ? ਥੋੜਾ ਜਿਹਾ ਨਮੂਨਾ ਬਣਾ ਲਓ, ਫਿਰ ਆਪਾਂ ਅੱਗੇ ਚੱਲਦੇ ਹਾਂ। ਗੁਰਬਾਣੀ ਦੇ ਵਿੱਚ ਮੇਰੇ ਪਾਤਸ਼ਾਹ ਨੇ ਬੜੇ ਪਿਆਰੇ ਪਿਆਰੇ ਲਫ਼ਜ਼ ਦਰਜ ਕੀਤੇ ਨੇ।
लाहौर शहर जहर कहर। लाहौर शहर जहर कहर सवा पहर। जिहड़ी लाहौर दी धरती आ ना, जिथे अनेकां लोकां नूं वढिया जांदा, लाहौर शहर जहर कहर, जिथे अत दा कहर ढाया जांदा गा। लाहौर शहर जहर कहर, जिथे रोजाना अत दा खून बहिंदा, वो धरती की आ? नकम्मी। वाहिगुरू भला करे, आपां अपनी मत मुताबक सोचीए। वो धरती की आ? साडी भावना मुताबक घटिया, पर चेता रखियो है भी घटिया, कोई शक नहीं। जिवें अज आपां दिल्ली नूं कह दिंदे ना भी दिल्ली दे विचों जदों कोई भीड़ उठदी है तां उत्थों ही उठदी है, जदों कोई किसी तरह की गलबात उठदी है तां उत्थों ही उठदी है, ते उहनूं लाहणतां पैंदियां। सो वाहिगुरू भला करे। एक वो पिंड आ जिस पिंड दे विच सुभागे वीर भैण परिवार रहिंदे ने। एक वो पिंड आ जिथे अत दा घाण कीता जांदा हैगा। फर्क पै गया। उस पिंड विच कोई रिश्ता करन तो भी डरदा ना, भाई मेरा बच्चा बच्ची इत्थे नहीं विआहणा मैं, ये तां नकम्मा पिंड आ। एक वो पिंड आ जिस दे विच अकाल पुरख दी मेहर है। चलो मान लो भी असी उस धरती नूं अपने दिमाग दे विच नकारता, काटा मारता भी नकम्मी आ। हालांकि धरती नकम्मी नहीं, उत्थों दे लोकां दीयां आदतां माड़ियां, आदतां माड़ियां होण करके उह धरती नूं माड़ेपण दा रुतबा मिल गया। हुण ये वो धरती है जिहदा जिक्र पातशाह जी वारां दे वधीक विच करदे ने। लाहौर शहर जहर कहर सवा पहर, भी दिन रात उत्थे इन्ना कतलेआम हुंदा गा वो धरती ते। पर जदों मेरे पातशाह ने पैर पाले ना, जदों मेरे पातशाह ने उस धरती ते चरण पाले, ते वो धरती की बन गई? उसे ही शब्द दे अगले हिस्से गुरु पातशाह ने लिखिया गा, अमृतसर सिफती दा घर। अमृतसर सिफती दा घर। चेता रखियो, अमृतसर ये उथे इशारा किया भी वो अमृत सरोवर सर बन गया है। किथे? जिथे वाहिगुरू जी दे पैर पै गए ते वो धरती इन्नी को भागां वाली बन गई। अज बड़े तो बड़े लोग, छोटे तो छोटे लोग, हरेक नस्ल हरेक मजहब के लोग उथे जाके लैन विच लग के प्रेम नाल नमस्कार करते हैं। कोई हवड़ा दा वड़ी भी नहीं भी नहीं भाई मैं पहला जाना, नहीं। जिहड़ा गया प्यार विचों गया ना, हाँ जे कोई गलत आंसर है वखरी गल आ, जे कोई प्यार विचों भी गया ना, उहदे अंदर दी भावना भी यही आ, कोई गल नहीं मैं होर की करना, नमस्कार ही करनी है ना, गुरु साहब कोलों मिल नहीं जाना ना, मैनूं कोई गल नहीं, भावें 2 घंटे भावें 4 घंटे लैन विच खड़ना पै जे। फिर वो धरती गुरु दे चरण पैण दे नाल ना पवित्र धरती बन गई, पवित्र शहर बन गया ना, उन्होंने पवित्रता का रूप मिल गया। क्यों? क्योंकि उत्थे चरण पै नहीं। जिहड़ी आपां गल करदे, जिथे आपां बैठे हैं ना, साडियां पुरातन प्राचीन लिखतां दे मुताबक ये धरती छेवें पातशाह दी, ये किसी एक दी जंगीर नहीं है, एक दी कोई मतलब कि कब्जे वाली थां नहीं है। वो वखरी गल आ, जे कोई मनुख अपनी भावना मुताबक कब्जा करना, चाहे मैं आ, चाहे तुसीं हो, चाहे कोई होर आ, कोई भी हो सकता है, वो एक अलग विषय हैगा, पर गलत आ। ये किहदी धरती है? गुरु नानक साहब दी। कदे गोरखमती धरती ते ये फैसला लिता गया ना, धरती तू किहदी आ? हुण गोरखनाथ वर्गा ने अपने चेले नूं समझा दिता, टोआ पट के विच वाड़ता, बोल दी तू मैं गोरख दी धरती आ, कब्जा उन्हां दा ना। फिर पूछांगे फिर बोल दी, तीजी बार पूछांगे फिर बोल दी, चौथी बार गुरु नानक साहब हस पे, हुण बोल भाई, क्यों जिन्नी की चाबी भरी सी वो चाबी खुल गई, हुण चुप। सच जाणियो, फिर वो धरती खुद बोली। धरती बोलण तो भाव उस धरती दे लोक बोले सानू गोरख नहीं पसंद, सानू नानक पसंद आ। धरती बोलण तो भाव की आ? लोक बोलदे ने गोरख नहीं, सानू नानक पसंद आ, ये धरती नानक दी आ। फिर वो धरती गोरख मत्ते तो की बन गई? नानक मत्ता बन गई। चलो एक इशारा, चलो इत्थे भी नहीं मनना भी गुरु नानक ने कब्जा कर लिया मुड़ के छड्डे ही नहीं, ना 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 ना, ये तो लोकां ने फैसला किया, जजमेंट संगत कर दी आ। हुण चलो वाहिगुरू भला करे, जिस पासे आपां आउणा चाहुंदे सी, छेवें पातशाह दा दरबार है। अपनी जो विचार अज दी चल रही है, मैं दोबारा फिर विचार दी रिपीट करा, अपनी गल चल रही है रिद्धियां सिद्धियां दी, ते नाल आपां एक पासे काटा भी मार के रखना, रिद्धि सिद्धि कोई नहीं हुंदी। ते जदों आपां गुरु साहब कोले आवांगे ते गुरु साहब नूं पुछांगे रिद्धियां सिद्धियां की हुंदियां ने, ते गुरु साहब ने दसता सानूं। पहलां ओह की दस्सिया? चंगी सोच,
ਇਹ ਰਿੱਧੀਆਂ ਸਿੱਧੀਆਂ ਨੇ। ਚੰਗਾ ਕਰਮ ਰਿੱਧੀਆਂ ਸਿੱਧੀਆਂ ਨੇ। ਦੱਬ ਕੇ ਬਾਹ ਰੱਜ ਕੇ ਖਾ, ਇਹ ਰਿੱਧੀਆਂ ਸਿੱਧੀਆਂ ਨੇ। ਚੰਗਾ ਪੜ੍ਹ ਲਿਖ ਕੇ ਚੰਗਾ ਅਫਸਰ ਬਣ, ਇਹ ਰਿੱਧੀਆਂ ਸਿੱਧੀਆਂ ਨੇ। ਬਾਪੂ ਨੇ ਸਾਰੀ ਉਮਰ ਮਿਹਨਤ ਦਿਹਾੜੀ ਕੀਤੀ ਹੈ ਨਾ, ਬਾਪੂ ਨੇ ਸਾਰੀ ਉਮਰ ਰਿਕਸ਼ਾ ਚਲਾਇਆ ਨਾ, ਬਾਪੂ ਨੇ ਸਾਰੀ ਉਮਰ ਲੋਕਾਂ ਦਾ ਗੋਹਾ ਕੂੜਾ ਚੱਕਿਆ ਨਾ, ਬਣ ਜਾ ਜੱਜ ਇਸ ਘਰ ਦੇ ਵਿੱਚੋਂ, ਇਹ ਰਿੱਧੀਆਂ ਸਿੱਧੀਆਂ ਨੇ। ਰਿੱਧੀ ਸਿੱਧੀ ਕੀ ਆ? ਕਰਾਮਾਤੀ ਤਾਕਤ। ਕਰਾਮਾਤ ਦਾ ਅਰਥ ਕੀ ਆ? ਅੱਤ ਦੀ ਉਹ ਤਾਕਤ ਜਿਹੜੀ ਤਾਕਤ ਇੱਕ ਗੋਹੇ ਕੂੜੇ ਚੱਕਣ ਵਾਲੇ ਪਰਿਵਾਰ 'ਚ ਪੈਦਾ ਹੋ ਜਾਵੇ। ਗੋਹੇ ਕੂੜੇ ਚੱਕਣ ਵਾਲੇ ਪਰਿਵਾਰ 'ਚ ਕੀ ਪੈਦਾ ਹੋ ਗਿਆ? ਇੱਕ ਜੱਜ ਬਣ ਗਿਆ ਪੁੱਤਰ, ਇੱਕ ਧੀ ਜੱਜ ਬਣ ਗਈ, ਇੱਕ ਧੀ ਇੰਜੀਨੀਅਰ ਬਣ ਗਈ। ਇਹਨੂੰ ਭਾਵ ਗੁਰੂ ਸਾਹਿਬ ਕੀ ਕਹਿੰਦੇ ਨੇ? ਚੰਗਾ ਕਰਮ ਕਰਕੇ ਆਪਣੇ ਪਰਿਵਾਰ ਦਾ, ਆਪਣੇ ਗੁਆਂਢ ਦਾ, ਆਪਣੇ ਪਿੰਡ ਦਾ ਮਾਹੌਲ ਬਦਲਦੇ, ਮਾਹੌਲ ਨੂੰ ਤਬਦੀਲ ਕਰਨਾ ਹੀ ਰਿੱਧੀਆਂ ਸਿੱਧੀਆਂ ਨੇ। ਤੋ ਆਪਾਂ ਪਹਿਲਾਂ ਅਰਥ ਬਣਾ ਲਏ ਵੀ ਗੁਰੂ ਨਾਨਕ ਸਾਹਿਬ 'ਚ ਸਭ ਤੋਂ ਵੱਡੀ ਰਿੱਧੀ ਸਿੱਧੀ ਆ ਕਿਹੜੀ? ਉਹਨੇ ਹਰ ਇੱਕ ਦਾ ਦਿਲ ਜਿੱਤ ਲਿਆ। ਚੋਰ ਦਾ ਵੀ, ਠੱਗ ਦਾ ਵੀ, ਧੋਖੇਬਾਜ਼ ਦਾ ਵੀ, ਲੁਟੇਰੇ ਦਾ ਵੀ, ਭੈੜੇ ਤੋਂ ਭੈੜੇ ਦਾ ਵੀ, ਤੇ ਅਮੀਰ ਤੋਂ ਅਮੀਰ ਦਾ ਵੀ, ਹਰ ਇੱਕ ਦਾ ਦਿਲ ਜਿੱਤਿਆਗਾ। ਆਹ ਰਿੱਧੀ ਸਿੱਧੀ ਆ। ਰਿੱਧੀ ਸਿੱਧੀ ਇਹ ਨਹੀਂ ਫੂਕਾਂ ਮਾਰਨੀਆਂ, ਰਿੱਧੀ ਸਿੱਧੀ ਇਹ ਨਹੀਂ ਮਾਲਾ ਘਮਾਉਣੀਆਂ, ਰਿੱਧੀ ਸਿੱਧੀ ਇਹ ਨਹੀਂ ਫੂਕ ਕੇ ਦਬ ਕੇ ਮਾਰ ਕੇ ਲੋਕਾਂ ਨੂੰ ਡਰਾ ਕੇ ਉਹਨਾਂ ਨੂੰ ਲੁੱਟਣਾ, ਇਹ ਰਿੱਧੀ ਸਿੱਧੀ ਨਹੀਂ ਹੈ। ਇਹਨਾਂ ਨੂੰ ਤਾਂ ਗੁਰੂ ਨਾਨਕ ਸਾਹਿਬ ਨੇ ਕੱਟਤਾ, ਉਹਨਾਂ ਨੂੰ ਨਹੀਂ ਮੰਨਣਾ ਆਪਾਂ। ਬਾਣੀ 'ਚ ਲਿਖਿਆ ਨਾ 9 ਨਿੱਧੀ 18 ਸਿੱਧੀ, ਪਿੱਛੇ ਲੱਗੀਆਂ ਫਿਰ ਇਹ ਲੋਕ ਤਾਂ ਉਹਨਾਂ ਪਿੱਛੇ ਭੱਜਦੇ ਆ ਨਾ। ਗੁਰੂ ਨਾਨਕ ਸਾਹਿਬ ਕਹਿੰਦੇ ਤੇਰੇ ਪਿੱਛੇ ਲੱਗ ਜਾਣਗੀਆਂ ਭਾਈ। ਕਦੇ ਵਰਤ ਕੇ ਦੇਖ, ਪੁੱਛ ਕੇ ਦੇਖ ਗੁਰੂ ਨੂੰ ਵੀ ਰਿੱਧੀਆਂ ਸਿੱਧੀਆਂ ਕੀ ਆ। ਚਲੋ ਸਾਰੀ ਵਿਚਾਰ ਦੀ ਸੰਖੇਪ ਵਿਚਾਰ ਕੀ ਆ? ਰਿੱਧੀ ਸਿੱਧੀ ਦੱਬ ਕੇ ਵਾਹ, ਰੱਜ ਕੇ ਖਾ, ਸੋਹਣਾ ਜੀਵਨ ਜਿਉ, ਨਾ ਲੋਭੀ ਜੀਵਨ ਜਿਉਣਾ, ਨਾ ਨੰਗ ਮਲੰਗ ਜੀਵਨ ਜਿਉਣਾਗਾ, ਦਰਮਿਆਨਾ ਜੀਵਨ ਗੁਰੂ ਨੂੰ ਪੁੱਛ ਕੇ ਜਿਉ। ਆਹ ਰਿੱਧੀ ਸਿੱਧੀ ਆ। ਤੇਰੇ ਘਰ ਵਿੱਚ ਹਰ ਇੱਕ ਸਹੂਲਤ ਹੋਵੇ, ਆਹ ਰਿੱਧੀ ਸਿੱਧੀ ਆ। ਭੁੱਖ ਨੰਗ ਨਾਲ ਨਹੀਂ ਘੁਲਣਾਗਾ ਤੇ ਨਾ ਹੀ ਲੋਭੀ ਵਿਰਤੀ ਬਣਾਉਣੀ ਆ, ਆਹ ਰਿੱਧੀ ਸਿੱਧੀ ਆ। ਉਹ ਆਪਾਂ ਪਹਿਲਾਂ ਇਸ਼ਾਰਾ ਲੈ ਲਿਆ। ਦਸ਼ਮੇਸ਼ ਪਿਤਾ 9 ਸਾਲ ਦੀ ਉਮਰ ਵਿੱਚ ਜ਼ਿੰਮੇਵਾਰ ਬਣਦੇ ਨੇ, 42 ਸਾਲ ਦੀ ਉਮਰ ਵਿੱਚ ਮੇਰਾ ਮਾਲਕ ਜੋਤੀ ਜੋਤ ਸਮਾਉਂਦਾਗਾ। ਇੰਨੇ ਵਿਚਕਾਰ ਪੂਰੀ ਦੀ ਪੂਰੀ ਜ਼ਿੰਦਗੀ ਦੇਖ ਲਓ, ਇੱਕ ਦਿਨ ਵੀ ਉਹ ਨਹੀਂ ਜਿਸ ਦਿਨ ਕੋਈ ਵਿਪਤਾ ਨਾ ਆਈ ਹੋਵੇ, ਪਰ ਹੌਸਲੇ 'ਚ ਜ਼ਿੰਦਗੀ ਆ। ਕਲਗੀਆਂ ਵਾਲਾ ਕਹਿਣੇ ਆ ਉਸ ਗੁਰੂ ਨੂੰ ਬਾਦਸ਼ਾਹ ਦਾ ਰੁਤਬਾ ਨਹੀਂ, ਬਾਦਸ਼ਾਹ ਤੋਂ ਵੀ ਡਬਲ ਰੁਤਬਾ ਹੈਗਾ, ਪਾਤਸ਼ਾਹਾਂ ਦਾ ਪਾਤਸ਼ਾਹ ਹੈਗਾ, ਰਾਜਿਆਂ ਦਾ ਰਾਜਾ ਹੈਗਾ। ਫਿਰ ਧਿਆਨ ਮਾਰ ਕੇ ਵੇਖੋ, ਦਰਮਿਆਨਾ ਜੀਵਨ, ਚੰਗਾ ਜੀਵਨ, ਸੋਹਣਾ ਜੀਵਨ, ਗੁਲਾਮੀ ਭਰਿਆ ਨਹੀਂ, ਆਜ਼ਾਦੀ ਵਾਲਾ ਜੀਵਨ, ਇਹਨੂੰ ਰਿੱਧੀ ਸਿੱਧੀ ਕਹਿੰਦੇ ਆ। ਹੁਣ ਨਾ ਭੁਲੇਖਾ ਖਾਇਓ, ਮੇਰੀ ਹੱਥ ਬੰਨ੍ਹ ਕੇ ਬੇਨਤੀ। ਉਹ ਪਹਿਲਾਂ ਬੇਨਤੀ ਕੀਤੀ ਸੀ, ਕਈ ਵਾਰ ਅੰਮ੍ਰਿਤ ਵੀ ਛਕਿਆ ਹੁੰਦਾ, ਨਿਤਨੇਮ ਸਹਿਜ ਪਾਠ ਵੀ ਕਰਦੇ ਆ, ਫਿਰ ਵੀ ਕਦੇ ਬਾਬਿਆਂ ਤੇ ਧਿਆਨ ਵਗ ਜਾਂਦਾ। ਬਾਬੇ ਕੋਲ ਰਿੱਧੀਆਂ ਸਿੱਧੀਆਂ ਨੇਗੀਆਂ, ਉਹ ਰਿੱਧੀਆਂ ਸਿੱਧੀਆਂ ਨਹੀਂ ਜਿਹੜੀਆਂ ਗੁਰੂ ਕਹਿੰਦਾ ਆਪਾਂ ਉਹ ਅਪਣਾਉਣੀਆਂ। ਫਿਰ ਅੱਗੇ ਕੀ ਕਿਹਾ ਸੀ? ਤੇਰੇ ਘਰ ਵਿੱਚ ਕੋਈ ਟੋਟ ਨਹੀਂ ਆਵੇਗੀ ਜਦੋਂ ਤੂੰ ਗੁਰੂ ਨਾਲ ਜੁੜ ਗਿਆ, ਤੂੰ ਅੰਦਰੋਂ ਤ੍ਰਿਪਤ ਹੋ ਜਾਵੇਂਗਾ, ਅੰਦਰੋਂ ਭਰਪੂਰ ਹੋ ਜਾਵੇਂਗਾ। ਫਿਰ ਕੀ ਕਿਹਾ ਪਾਤਸ਼ਾਹ ਜੀ? ਕਹਿੰਦੇ ਸ਼ਾਂਤ ਸਹਿਜ ਆਨੰਦ ਘਨੇਰੇ, ਬਿਨਸੀ ਭੂਖ ਸਵਾਈ, ਤੇਰੀਆਂ ਸਾਰੀਆਂ ਭੁੱਖਾਂ ਮਿਟ ਜਾਣਗੀਆਂ, ਅੰਦਰੋਂ ਤੂੰ ਸ਼ਾਂਤ ਹੋ ਜਾਵੇਂਗਾ। ਕਿਵੇਂ? ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਸ਼ਰਨ ਵਿੱਚ ਨਾ 2 ਵੀਰ ਆਉਂਦੇ ਨੇ, ਦੋਵੇਂ ਉਹ ਇਸਲਾਮ ਮਤ ਨਾਲ ਸੰਬੰਧਿਤ ਨੇ। ਇੱਕ ਦਾ ਨਾਮ ਆ ਖਵਾਜਾ ਰੋਸ਼ਨ, ਇੱਕ ਦਾ ਨਾਮ ਹੈ ਖਵਾਜਾ ਜਾਨੀ। ਦੋਵੇਂ ਵੀਰ ਆਏ ਨਾ, ਗੁਰੂ ਸਾਹਿਬ ਕੋਲੇ ਆਏ। ਜਿਹੜਾ ਰੋਸ਼ਨ ਕਸ਼ਮੀਰੀ ਹੈ ਨਾ, ਉਹ ਵੀ ਗੁਰੂ ਦੀ ਸੇਵਾ ਵਿੱਚ ਜੁੜਦਾ, ਤੇ ਜਿਹੜਾ ਖਵਾਜਾ ਦੀਨਾ ਉਹ ਵੀ ਗੁਰੂ ਸਾਹਿਬ ਦੀ ਸੇਵਾ ਵਿੱਚ ਜੁੜਦਾਗਾ। ਪਤਾ ਲੱਗਿਆ ਪਾਤਸ਼ਾਹ ਮੈਂ ਤੇਰੇ ਦਰ ਤੋਂ ਕੁਝ ਪ੍ਰਾਪਤ ਕਰਨਾ, ਪ੍ਰਾਪਤ ਕਰਨ ਦੇ ਲਈ ਆਪਣੇ ਜੀਵਨ ਦੇ ਵਿੱਚ ਖਵਾਜਾ ਜਾਨੀ ਨੇ ਗੁਰੂ ਪਾਤਸ਼ਾਹ ਜੀ ਦੇ ਘੋੜਿਆਂ ਦੀ ਸੇਵਾ ਆਰੰਭ ਕਰ ਦਿੱਤੀ। ਕਿਉਂ? ਕਿਉਂਕਿ ਅੰਦਰੋਂ ਭੁੱਖਾ ਕੁਛ ਪ੍ਰਾਪਤ ਕਰਨਾ। ਪ੍ਰਾਪਤ ਕੀ ਕਰਨਾਗਾ? ਗੁਰੂ ਸਾਹਿਬ ਜੀ ਦੇ ਕੋਲੋਂ ਇਹ ਦਾਤ ਲੈਣੀ ਆ, ਮੈਨੂੰ ਅੱਲਾ ਦਾ ਦੀਦਾਰ, ਰੱਬ ਦਾ ਦੀਦਾਰ ਕਦੋਂ ਹੋਵੇਗਾ। ਰਸਤੇ ਵਿੱਚੋਂ ਦੱਸ ਦਿੱਤਾ ਰੱਬ ਦਾ ਦੀਦਾਰ ਕਰਨਾ ਤੇ 6ਵੇਂ ਪਾਤਸ਼ਾਹ ਕੋਲੇ ਚਲਾ ਗਿਆ। ਤੇ ਆਪਾਂ ਭੁਲੇਖਾ ਨਹੀਂ ਖਾਣਾ ਕਦੇ ਵੀ ਜੇ ਇੱਕ ਮੁਸਲਮਾਨ 6ਵੇਂ ਪਾਤਸ਼ਾਹ ਕੋਲੇ ਆਉਂਦਾ ਨਾ ਰੱਬ ਦਾ ਦੀਦਾਰ ਕਰਨ ਵਾਸਤੇ, ਤਾਂ ਰੱਤਾ ਭਰ ਵੀ ਸਾਡੇ ਸੁਪਨੇ ਵਿੱਚ ਵੀ ਨਹੀਂ ਗੱਲ ਆਉਣੀ ਚਾਹੀਦੀ ਵੀ ਅਸੀਂ 6ਵੇਂ ਪਾਤਸ਼ਾਹ ਦਰਬਾਰ ਛੱਡ ਦਈਏ। ਇਹ ਆਪਾਂ ਨੂੰ ਸਿੱਖਿਆ ਮਿਲੂਗੀ।
ਹੁਣ ਗੁਰਦੇਵ ਪਾਤਸ਼ਾਹ ਦੇ ਚਰਨਾਂ ਦੀ ਧੂੜ ਬਣ ਗਿਆ ਕਿ ਹੁਣ ਗੁਰੂ ਸਾਹਿਬ ਜਦੋਂ ਘੋੜੇ ਤੇ ਸਵਾਰ ਹੋ ਕੇ ਜਾਂਦੇ ਆ ਨਾ ਤੇ ਇਹ ਨੰਗੇ ਪੈਰੀ ਮਗਰ ਭਜਦਾ। ਗੁਰੂ ਸਾਹਿਬ ਰੋਕਦੇ ਨੇ, ਪੁੱਤ ਤੂੰ ਕਿਉਂ ਮਗਰ ਭਜਦਾਂਗਾ? ਪਾਤਸ਼ਾਹ ਮੈਨੂੰ ਤੁਹਾਡਾ ਦੀਦਾਰ ਚੰਗਾ ਲੱਗਦਾ, ਮੈਨੂੰ ਕੋਈ ਥਕਾਵਟ ਨਹੀਂ, ਕੋਈ ਅਕਾਵਟ ਨਹੀਂ, ਕਿਸੇ ਤਰ੍ਹਾਂ ਦੀ ਮੇਰੇ ਪੈਰਾਂ ਨੂੰ ਤਕਲੀਫ ਨਹੀਂ। ਗੁਰੂ ਸਾਹਿਬ ਹੱਸ ਕੇ ਮੁਸਕਰਾ ਕੇ ਨਾ ਸ਼ਾਬਾਸ਼ ਦਿੰਦੇ ਨੇ, ਛਾਤੀ ਨਾਲ ਲਾਇਆ, ਪਿਆਰ ਬਖਸ਼ਿਆ, ਪੁੱਤ ਕੋਈ ਗੱਲ ਨਹੀਂ, ਤੂੰ ਟਿਕਿਆ ਕਰ, ਸੇਵਾ ਤੇਰੀ ਕਬੂਲ ਆ, ਤੇਰੇ ਜੀਵਨ ਵਿੱਚ ਬੜਾ ਪਿਆਰ ਆ। ਚਲੋ ਟਿਕ ਗਿਆ। ਜਿਹੜਾ ਰੋਸ਼ਨ ਕਸ਼ਮੀਰੀ ਆ ਨਾ ਉਹ ਵੀ ਇਹਦੇ ਕੋਲੇ ਕਹਿੰਦਾ, ਭਰਾਵਾ ਤੇਰੇ ਤੇ ਗੁਰੂ ਦੀ ਬਖਸ਼ਿਸ਼ ਹੋ ਗਈ ਤੇ ਮੇਰੇ ਤੇ ਵੀ ਕਿਰਪਾ ਕਰ। ਹੁਣ ਇਹਦਾ ਜੀਵਨ ਅੰਮ੍ਰਿਤ ਨਾਲ, ਕਹਿ ਲੋ ਅੰਮ੍ਰਿਤ ਕੀ, ਗੁਰੂ ਦੇ ਪਿਆਰ ਨਾਲ ਭਰਪੂਰ ਹੋ ਗਿਆ, ਟਿਕ ਗਿਆ ਨਾ। ਤੇ ਟਿਕੇ ਹੋਇਆਂ ਦੇ ਜੀਵਨ 'ਚ ਹੀ ਆਨੰਦ ਆ, ਜਿਹੜੇ ਟਿਕਦੇ ਨਹੀਂ ਉਹਨਾਂ ਦੇ ਜੀਵਨ 'ਚ ਆਨੰਦ ਨਹੀਂ ਹੁੰਦਾਗਾ। ਤੇ ਇਹ ਖਵਾਜਾ ਨਾ ਜਿਹੜਾ ਜਾਨੀ ਹੈਗਾ, ਕਹਿੰਦਾ ਨਹੀਂ ਮੇਰੇ ਜੀਵਨ 'ਚ ਕਿੱਥੇ ਆਨੰਦ ਆ, ਮੇਰੇ ਕੋਲੇ ਤੂੰ ਉਦਾਂ ਹੀ ਕਹਿ ਰਿਹਾ ਵੀ ਆਨੰਦ ਆ, ਨਹੀਂ 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 ਮੇਰੇ ਕੋਲੇ ਨਹੀਂ ਹੈ। ਰੋਸ਼ਨ ਕਸ਼ਮੀਰੀ ਕਹਿੰਦਾ, ਦੇਖ ਮੈਨੂੰ ਨਹੀਂ ਪਤਾ ਵੀ ਤੇਰੇ ਕੋਲੇ ਆਨੰਦ ਹੈ ਜਾਂ ਨਹੀਂ ਹੈ, ਤੂੰ ਮੰਨ ਚਾਹੇ ਨਾ ਮੰਨ, ਮੇਰੇ ਕੋਲੇ ਆਨੰਦ ਹੈ ਜਾਂ ਨਹੀਂ ਹੈ। ਪਰ ਮੈਂ ਇੱਕ ਗੱਲ ਦੱਸਦਾ, ਜਿਵੇਂ ਨਾ ਬਗੀਚੀ ਵਿੱਚ ਜਾਇਆ, ਆਟੋਮੈਟਿਕ ਫੁੱਲਾਂ ਦੀ ਖੁਸ਼ਬੂ ਬੰਦੇ ਅੰਦਰ ਠੰਡ ਪਾਉਂਦੀ ਆ। ਤੇਰੇ ਕੋਲੇ ਆਇਆ ਨਾ, ਤੇਰੀ ਕੋਲੇ ਬੈਠਿਆ, ਮੇਰੇ ਅੰਦਰ ਨੂੰ ਠੰਡ ਮਿਲੀ ਆ, ਸਕੂਨ ਮਿਲਿਆ, ਆਨੰਦ ਮਿਲਿਆ। ਤੇ ਹੁਣ ਉਹ ਵੀਰ ਬੋਲ ਪਿਆ, ਕਹਿੰਦਾ ਜੇ ਤੂੰ ਆਨੰਦ ਲੈਣਾ ਨਾ, ਮੇਰੇ ਕੋਲ ਤਾਂ ਆਨੰਦ ਦੀ ਇੱਕ ਬੂੰਦ ਆ, ਇੱਕ ਬੂੰਦ ਆ ਨਾ, ਤੇ ਉਹ ਬੂੰਦ ਨੇ ਮੇਰਾ ਜੀਵਨ ਤਬਦੀਲ ਕਰ ਦਿੱਤਾ। ਤੇ ਜੇ ਤੂੰ ਆਨੰਦ ਲੈਣਾ, ਉਹ ਬੂੰਦ ਵਿੱਚੋਂ, ਬੂੰਦ ਚੋਂ ਨਾ ਤੈਨੂੰ ਮੈਂ ਕੁਛ ਦੇ ਨਹੀਂ ਸਕਦਾਗਾ, ਮਤਲਬ ਤੈਨੂੰ ਮੈਂ ਸਮਝਾ ਨਹੀਂ ਸਕਦਾ। ਜੇ ਤੂੰ ਕੁਛ ਲੈਣਾਗਾ ਤਾਂ ਇਹ ਬੂੰਦ ਆ ਜਿਹੜੀ ਮੇਰੇ ਕੋਲੇ, ਇਹਦੇ ਤੋਂ ਸਿੱਖਿਆ ਤੂੰ ਇਹ ਲੈਣੀ ਹੈ। ਜਿਵੇਂ ਇੱਕ ਕਣੀ ਆ ਨਾ, ਵਰਖਾ ਪੈਂਦੀ ਆ, ਇੱਕ ਕਣੀ ਦਾ ਵਜੂਦ, ਆਕਾਰ ਬਿਲਕੁਲ ਛੋਟਾ, ਉਹ ਕਣੀ ਕੋਲੇ ਜਾ ਕੇ ਤੂੰ ਪੁੱਛ ਕਣੀ ਨੂੰ, ਕਣੀ ਨਾਲ ਗੱਲਾਂ ਕਰਨੀਆਂ ਤੂੰ। ਕਣੀ ਕਣੀ ਡਿੱਗਦੇ ਨੇ, ਕਣੀ ਇੱਕ, ਕਣੀਆਂ ਬਹੁਤ ਜ਼ਿਆਦਾ, ਕਣੀਆਂ ਤੋਂ ਅੱਗੇ ਵੱਡਾ ਮੀਂਹ ਪੈਣ ਲੱਗ ਗਿਆ, ਬਾਰਿਸ਼ ਹੋ ਗਈ, ਤੇ ਅੱਗੋਂ ਮੀਂਹ ਇੰਨਾ ਪਿਆ ਵੀ ਸਭ ਕੁਝ ਇੱਕ ਹੋ ਗਿਆ। ਉਹ ਗੁਰੂ ਸਾਹਿਬ ਨੇ ਬਾਣੀ 'ਚ ਵੀ ਦਰਜ ਕੀਤਾ ਨਾ, ਪਿੰਡ ਦੀਆਂ ਗਲੀਆਂ ਦਾ ਗੰਦਾ ਪਾਣੀ, ਛੱਪੜਾਂ ਦਾ ਗੰਦਾ ਪਾਣੀ ਸਭ ਚੰਗੇ ਪਾਣੀ 'ਚ ਤਬਦੀਲ ਹੋ ਗਿਆ। ਚਲੋ ਉਹ ਕਣੀ ਨੂੰ ਤੂੰ ਕਦੇ ਪੁੱਛ ਕੇ ਦੇਖੀ, ਕੀ ਪੁੱਛਣਾ ਵੀ ਇਹ ਕਣੀ ਤੇਰਾ ਆਕਾਰ ਬੜਾ ਛੋਟਾ, ਪਰ ਤੇਰੇ 'ਚ ਤਾਕਤ ਬਹੁਤ ਆ। ਜਿੱਥੇ ਤੂੰ ਵਰਦੀ ਆ ਉੱਥੇ ਚਿੱਤ ਸ਼ਾਂਤ ਹੋ ਜਾਂਦਾ। ਪਪੀਹੇ ਦੇ ਮੁਖ ਵਿੱਚ ਪੈਣੀ ਆ, ਪਪੀਹਾ ਵੀ ਸ਼ਾਂਤ ਹੋ ਜਾਂਦਾ। ਧਰਤੀ ਦੇ ਮੱਚੇ ਹੋਏ ਹਿਰਦੇ ਤੇ ਡਿੱਗਦੀਆਂ ਤੇ ਧਰਤੀ ਦਾ ਉਹ ਥਾਂ ਵੀ ਸ਼ਾਂਤ ਹੋ ਜਾਂਦਾ, ਠੰਡਾ ਹੋ ਜਾਂਦਾ ਹੈਗਾ। ਤੇ ਉਹ ਕਣੀ ਤੈਨੂੰ ਬੋਲ ਕੇ ਦੱਸੋ। ਭਰਾਵਾ ਕਹਿੰਦਾ ਮੈਨੂੰ ਕਣੀ ਨਾਲ ਗੱਲ ਨਹੀਂ ਕਰਨੀ ਆਉਂਦੀ, ਕਿਵੇਂ ਗੱਲ ਕਰੀਦੀ ਆ, ਪਰ ਮੈਨੂੰ ਤੂੰ ਹੀ ਦੱਸ ਦੇ। ਫਿਰ ਉਹ ਆਪਣਾ ਵੀਰ ਨਾ, ਜਿਹੜਾ ਗੁਰੂ ਕੋਲੋਂ ਕੁਝ ਪ੍ਰਾਪਤ ਕਰ ਚੁੱਕਿਆ, ਉਹ ਆਪਣੇ ਵੀਰ ਨੂੰ ਦੱਸਦਾ, ਕਹਿੰਦਾ ਕਣੀ ਨਾ ਫਿਰ ਤੈਨੂੰ ਕਿਤੇ ਭੇਜੂਗੀ। ਕਣੀ ਕਿੱਥੇ ਭੇਜੂਗੀ? ਕਣੀ ਕਹਿੰਦੀ ਮੇਰੇ ਆਕਾਰ ਵੱਲ ਨਾ ਵੇਖ, ਮੇਰੇ ਮੂਲ ਵੱਲ ਵੇਖ। ਮੇਰੇ ਆਕਾਰ ਵੱਲ ਨਾ ਵੇਖ, ਮੇਰੇ ਮੂਲ ਵੱਲ ਵੇਖ। ਆਕਾਰ ਕਿੰਨਾ? ਇੰਨਾ ਕ। ਮੂਲ ਕਿੱਡਾ ਵੱਡਾ ਗਾ? ਉਹ ਆਪਣੇ ਸਾਰਿਆਂ ਦੇ ਅੰਦਰ ਖਿਆਲ ਆ ਗਿਆ ਹੋਣਾ ਨਾ, ਕਣੀ ਦਾ ਮੂਲ ਸਮੁੰਦਰ ਆ, ਕਣੀ ਦਾ ਮੂਲ ਸਮੁੰਦਰ ਆ। ਤੇ ਜੇ ਤੈਨੂੰ ਕੁਝ ਪ੍ਰਾਪਤ ਹੋਣਾਗਾ, ਸ਼ਾਇਦ ਉਹ ਕਣੀ ਨੇ ਤੇਰੇ ਤਪਦੇ ਹੋਏ ਹਿਰਦੇ ਨੂੰ ਨਹੀਂ ਸ਼ਾਂਤ ਕਰਨਾ। ਜੋ ਮੇਰੇ ਕੋਲੇ ਕਣੀ ਆ ਨਾ, ਉਹਨੇ ਨਹੀਂ ਸ਼ਾਂਤ ਕਰਨਾ, ਪਰ ਤੂੰ ਸਮੁੰਦਰ ਕੋਲੇ ਜਾ। ਉਹ ਸਮੁੰਦਰ ਕੌਣ ਆ? ਇਸ਼ਾਰਾ ਕੀਤਾ, ਉਂਗਲ ਕੀਤੀ ਆ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਉਹਦੇ ਦਰਬਾਰ ਵਿੱਚ ਜਾ। ਉੱਥੋਂ ਤੈਨੂੰ ਉਹ ਸਮੁੰਦਰ ਆ, ਉੱਥੋਂ ਤੈਨੂੰ ਦਾਤ ਮਿਲਣੀ ਆ। ਵਾਹਿਗੁਰੂ ਭਲਾ ਕਰੇ। ਇੱਥੋਂ ਆਪਾਂ ਨੂੰ ਸਿੱਖਿਆ ਕੀ ਮਿਲਦੀ ਹੈ? ਇੰਨੀ ਕੀ ਵਿਚਾਰ ਚੋਂ ਇਹ ਸਿੱਖਿਆ ਮਿਲਦੀ ਹੈ, ਦੋ ਮੁਸਲਮਾਨ ਭਰਾ ਨੇ ਜਿਹੜੇ ਆਪਸ ਵਿੱਚ ਕਿੰਨੀ ਪਿਆਰ ਵਿੱਚ ਭਿੱਜ ਕੇ ਗੱਲ ਕਰਦੇ ਆ। ਇੱਕ ਨੂੰ ਕੁਛ ਮਿਲ ਗਿਆ, ਦੂਜਾ ਅਜੇ ਆਇਆਗਾ, ਉਹ ਕਹਿੰਦਾ ਮੈਨੂੰ ਵੀ ਕੁਛ ਦਵਾ, ਆਨੰਦ ਦੀ ਦਾਤ, ਸ਼ਾਂਤੀ ਦਾਤ ਦਵਾ। ਤੈਨੂੰ ਕਿੱਥੋਂ ਮਿਲੀ ਆ? ਉਹਨੇ ਕਿਸੇ ਮੜੀ ਮਸਾਨ ਕਬਰ ਵੱਲ ਹੱਥ ਨਹੀਂ ਕੀਤਾਗਾ।
ਕਿਸੇ ਸਪੈਸ਼ਲ ਡੇਰੇ ਵੱਲ, ਕਿਸੇ ਮਸਜਿਦ ਵੱਲ ਹੱਥ ਨਹੀਂ ਕੀਤਾ ਗਾ। ਜੇ ਹੱਥ ਕੀਤਾ ਨਾ ਇੱਕ ਮੁਸਲਮਾਨ ਭਰਾ ਨੇ ਮੁਸਲਮਾਨ ਭਰਾ ਦਾ ਜੀਵਨ ਬਦਲਣ ਦੇ ਲਈ ਇੱਕ ਗੁਰੂ ਹਰਗੋਬਿੰਦ ਸਾਹਿਬ ਵੱਲ ਹੱਥ ਕੀਤਾ। ਪਰ ਇੱਥੇ ਮੈਂ ਜ਼ਰੂਰ ਇਹ ਕਹਾਂਗਾ, ਜਿੰਨੇ ਆਪਾਂ ਬੈਠੇ ਆ ਜਾਂ ਆਪਣੇ ਪਰਿਵਾਰ ਵੱਲ ਜ਼ਰੂਰ ਨਿਗਾਹ ਮਾਰ ਕੇ ਵੇਖਿਓ, ਇੱਕ ਮੁਸਲਮਾਨ ਭਰਾ ਦੋ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੇ ਭੌਰੇ ਬਣ ਰਹੇ ਨੇ, ਬਣ ਗਏ। ਕਦੇ ਅਸੀਂ ਗੁਰੂ ਸਾਹਿਬ ਨਾਲੋਂ ਪਾਸਾ ਤਾਂ ਨਹੀਂ ਵੱਟ ਲਿਆ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਾਲੋਂ ਆਪਣਾ ਪੱਲਾ ਤਾਂ ਨਹੀਂ ਛਡਵਾ ਲਿਆ। ਆਪਾਂ ਨਿਗਾਹ ਮਾਰਨੀ ਆ, ਜਿਹੜੇ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਾ 52 ਰਾਜੇ, ਅਨੇਕਾਂ ਹੀ ਰਾਜੇ, 52 ਦੀ ਗਿਣਤੀ ਛੱਡੋ, ਅਨੇਕਾਂ ਹੀ ਰਾਜੇ ਪੱਲਾ ਪਕੜਦੇ ਨੇ ਤੇ ਮੁਕਤ ਹੋ ਜਾਂਦੇ ਨੇ, ਕੈਦ ਚੋਂ ਬਾਹਰ ਆ ਜਾਂਦੇ ਨੇ। ਕਿਤੇ ਉਹ ਗੁਰੂ ਦਾ ਪੱਲਾ ਅਸੀਂ ਛੱਡ ਤਾਂ ਨਹੀਂ ਦਿੱਤਾ। ਨਿਗਾਹ ਮਾਰਨੀ ਆਪਾਂ। ਜਦੋਂ ਭਰਾ ਨੇ ਇਸ਼ਾਰਾ ਕੀਤਾ ਨਾ, ਉਹ 6ਵੇਂ ਪਾਤਸ਼ਾਹ ਸਮੁੰਦਰ ਆ। ਚੰਗਾ ਫਿਰ ਮੈਂ ਜਾਣਾ, 1 ਮਿੰਟ ਰੁਕ ਜਾ, ਜਾਣਾ ਨਹੀਂ। ਮੈਥੋਂ ਕੁਝ ਜੋ ਮੈਨੂੰ ਉਹ ਕਣੀ ਵਿੱਚੋਂ ਮਿਲਿਆ ਨਾ, ਉਹ ਸਮੁੰਦਰ ਚੋਂ ਮਿਲਿਆਗਾ, ਮੈਥੋਂ ਕੁਝ ਆਪਣੇ ਜੀਵਨ ਨੂੰ ਤਬਦੀਲ ਕਰਨ ਦੇ ਲਈ ਮੱਤ ਲੈ ਜਾ। ਉਹ ਮੱਤ ਕਿਹੜੀ ਆ? ਹੋ ਸਕਦਾ ਤੇਰੇ ਤੇ ਕਿਰਪਾ ਨਾ ਹੋਵੇ, ਤੂੰ ਮੁੜ ਪਏਗਾ, ਤੂੰ ਘਬਰਾ ਜਾਏਗਾ, ਉਦਾਸ ਹੋ ਜਾਏਗਾ। ਪਰ ਮੈਂ ਤੈਨੂੰ ਗੱਲ ਕਹਿਣਾ ਭਰਾ, ਉਦਾਸ ਨਾ ਹੋਵੀਂ। ਤੈਨੂੰ ਝਿੜਕਾਂ ਵੀ ਮਿਲ ਸਕਦੀਆਂ, ਤੈਨੂੰ ਬਦ ਦੁਆ ਵੀ ਮਿਲ ਸਕਦੀ ਆ, ਤੈਨੂੰ ਧੱਕਾ ਵੀ ਵੱਜ ਸਕਦਾ ਗਾ, ਤੇਰੇ ਥੱਪੜ ਵੀ ਵੱਜ ਸਕਦੇ ਨੇ। ਹੁਣ ਉਹ ਖਵਾਜਾ ਜਾਨੀ ਕੌਣ ਹੈਗਾ? ਜਿਹੜਾ ਬਾਣੀ ਪੜ੍ਹਦਾ ਨਾ, ਜੇ ਗੁਰ ਝਿੜਕੇ ਤਾਂ ਮਿੱਠਾ ਲੱਗਿਆ, ਜੇ ਬਖਸ਼ੇ ਗੁਰ ਵਡਿਆਈ। ਜੇ ਤੈਨੂੰ ਝਿੜਕੂਗਾ ਨਾ, ਉਹ ਵੀ ਸੱਤ ਕਰਕੇ ਮਿੱਠਾ ਕਰਕੇ ਮੰਨੇ। ਸੱਤ ਆਪਣੇ ਭਰਾ ਤੋਂ ਮੱਤ ਲੈ ਕੇ 6ਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਦਹਲੀਜ਼ ਤੇ ਜਾ ਬੈਠਾ। ਸੱਚੇ ਪਾਤਸ਼ਾਹ ਜਾਨੀ ਕੋ ਜਾਨੀ ਸੇ ਮਿਲਾ ਦੋ। ਜਾਨੀ ਉਹਦਾ ਨਾਂ ਗਾ, ਜਾਨੀ ਕੋ ਜਾਨੀ ਸੇ ਮਿਲਾ ਦੋ, ਮਤਲਬ ਜਾਨੀ ਨੂੰ ਮੈਨੂੰ ਨਾ ਮੇਰੀ ਜਾਨ ਨਾਲ ਮਿਲਾ ਦੋ। ਉਹ ਜਾਨ ਕਿਹੜੀ ਆ? ਉਹ ਪਿਆਰਾ ਕੌਣ ਹੈਗਾ? ਉਹ ਹਰਗੋਬਿੰਦ ਸਾਹਿਬ ਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਿਆਰੇ ਗੁਰਸਿੱਖਾਂ ਨੇ ਜਾ ਕੇ ਸੱਚੇ ਪਾਤਸ਼ਾਹ ਨੂੰ ਆਵਾਜ਼ ਦਿੱਤੀ, ਪਾਤਸ਼ਾਹ ਕੋਈ ਫਕਰ ਜਾਂ ਵਿਅਕਤੀ ਲੱਗਦਾਗਾ ਜਿਹੜਾ ਕਹਿ ਰਿਹਾ ਜਾਨੀ ਕੋ ਜਾਨੀ ਸੇ ਮਿਲਾ ਦੋ, ਜਾਨੀ ਕੋ ਜਾਨੀ ਸੇ ਦਿਖਾ ਦੋ। ਕਦੇ ਦਰਸ਼ਨਾਂ ਦੀ ਗੱਲ ਕਰਦਾ, ਕਦੇ ਮਿਲਣ ਦੀ ਗੱਲ ਕਰਦਾ। ਦੋ ਲਫ਼ਜ਼ ਨੇ, ਉਹਨਾਂ ਨੂੰ ਬਾਰ-ਬਾਰ ਕਹਿ ਰਿਹਾ ਜਾਨੀ ਕੋ ਜਾਨੀ ਸੇ ਮਿਲਾ ਦੋ, ਜਾਨੀ ਕੋ ਜਾਨੀ ਸੇ ਦਿਖਾ ਦੋ। ਪਰ ਸਮਝ ਨਹੀਂ ਆਉਂਦੀ ਕਹਿੰਦਾ ਕੀ ਆ। ਗੁਰੂ ਸਾਹਿਬ ਕਹਿੰਦੇ ਨੂੰ ਧੱਕਾ ਦੇ ਕੇ ਪਰਾਂ ਤੋਰ ਦੋ, ਰਹਿਣ ਦੋ, ਅਜਿਹੇ ਬਹੁਤ ਤੁਰੇ ਫਿਰਦੇ ਨੇਗੇ। ਸਤਿਗੁਰਾਂ ਨੇ ਸਹਿ ਸੁਭਾ ਕਿਹਾ। ਉਹ ਕਹਿੰਦੇ ਭਰਾਵਾ ਤੂੰ ਉੱਠ ਖੜ ਚਲਾ ਜਾ ਇੱਥੋਂ। ਉਹਦੀ ਆਵਾਜ਼ ਸੇਮ। ਗੁਰੂ ਪਾਤਸ਼ਾਹ ਨੂੰ ਕਹਿੰਦੇ ਉੱਠਿਆ ਨਹੀਂ ਜਾਂਦਾ ਨਹੀਂ। ਉਹ ਕਹਿੰਦਾ ਜਾਨੀ ਕੋ ਮਿਲਣਾ, ਜਾਨੀ ਕੋ ਜਾਨੀ ਸੇ ਮਿਲਾ ਦੋ। ਹੁਣ ਪਿਆਰ ਵੇਖਣਾ ਆਪਾਂ। ਗੁਰੂ ਸਾਹਿਬ ਕਹਿੰਦੇ ਚੰਗਾ ਉਹਨੂੰ ਭੋਜਨ ਪਾਣੀ ਦੇ ਦੋ, ਬੈਠਾ ਰਹਿਣ ਦੋ, ਜਿੱਥੇ ਬੈਠਾ ਬੈਠਾ ਰਹਿਣ ਦੋ। ਭੋਜਨ ਲੈ ਕੇ ਗਏ, ਨਹੀਂ ਛਕਣਾ ਨਹੀਂ ਗਾ। ਜਾਨੀ ਕੋ ਜਾਨੀ ਸੇ ਮਿਲਾ ਦੋ। ਪਾਤਸ਼ਾਹ ਜੀ ਕਹਿੰਦੇ ਵੀ ਨਹੀਂ ਛਕਦਾ ਤਾਂ ਨਾ ਛਕਣ ਦੋ, ਕੋਈ ਗੱਲ ਨਹੀਂ, ਬੈਠਾ ਰਹਿਣ ਦੋ। ਹੁਣ ਗੁਰੂ ਸਾਹਿਬ ਜਿਸ ਰਸਤੇ ਵਿੱਚੋਂ ਲੰਘਦੇ ਆ, ਉਸ ਰਸਤੇ ਵਿੱਚ ਚਲਾ ਗਿਆ। ਚੇਤਾ ਰੱਖਿਓ ਪਿਆਰ ਵਾਲਿਓ, ਜਿਹੜੀ ਗੱਲ ਉਹਦੇ ਭਰਾ ਨੇ ਕਹੀ ਆ ਨਾ ਵੀ ਤੈਨੂੰ ਝਿੜਕਾਂ ਮਿਲ ਸਕਦੀਆਂ, ਵੱਧ ਦੁਆਵਾਂ ਮਿਲ ਸਕਦੀਆਂ, ਤੇਰੇ ਥੱਪੜ ਵੱਜ ਸਕਦੇ ਨੇ, ਪਰ ਖਹਿੜਾ ਨਾ ਛੱਡੀ, ਪੱਲਾ ਨਾ ਛੱਡੀ, ਪੱਲਾ ਨਾ ਛੱਡੀ। ਤੂੰ ਬਸ ਇੰਨੀ ਗੱਲ ਕਹਿਣੀ ਆ, ਮੈਨੂੰ ਮਿਲ ਮਿਲ ਮੇਰੇ ਪ੍ਰੀਤਮਾ ਜੀਓ, ਮੈਂ ਤੁਧ ਬਿਨ ਖਰੀ ਨਿਮਾਣੀ। ਭਾਵ ਮੈਂ ਤੇਰੇ ਤੋਂ ਬਿਨਾਂ ਨਿਮਾਣੀ ਆ, ਹੈ ਮੇਰੇ ਪ੍ਰੀਤਮ ਪ੍ਰਮਾਤਮਾ, ਮੈਨੂੰ ਮਿਲ। ਤੇ ਗੁਰੂ ਸਾਹਿਬ ਲੰਘਣ ਲੱਗੇ ਨਾ, ਹੱਥ ਜੋੜ ਕੇ ਨੇਤਰ ਬੰਦ ਨੇ, ਜਾਨੀ ਕੋ ਜਾਨੀ ਸੇ ਮਿਲਾ ਦੋ, ਜਾਨੀ ਕਿ ਮੈਨੂੰ ਮਿਲ ਤੂੰ, ਜਿਵੇਂ ਤੂੰ ਮੇਰੇ ਭਰਾ ਨੂੰ ਮਿਲਿਆ ਨਾ, ਮੈਨੂੰ ਵੀ ਮਿਲ। ਤੇ ਗੁਰੂ ਸਾਹਿਬ ਨੇ ਘੋੜੇ ਦੇ ਪੈਰ ਦਾ ਠੁੱਡ ਮਰਵਾ ਦਿੱਤਾ, ਪਰਾਂ ਰੋੜ ਦਿੱਤਾ, ਜਾ ਕਿਤੇ ਡੁੱਬ ਕੇ ਮਰ ਜਾ। ਬਸ ਇੰਨੀ ਗੱਲ ਸੁਣਨ ਦੀ ਦੇਰ ਸੀ। 7 ਬਚਨਾਂ ਤੇਰੇ ਮੁਖੋਂ ਆਹ ਬਚਨ ਨਿਕਲਿਆ ਨਾ ਮੇਰੇ ਲਈ, ਮੈਂ ਡੁੱਬ ਕੇ ਮਰਨ ਦੇ ਲਈ ਤਿਆਰ ਆ। ਭਾਵ ਚੇਤਾ ਰੱਖਿਓ, ਬੇਸ਼ੱਕ ਇਹ ਕਹਾਣੀ ਆਮ ਜੀ ਆ, ਪਰ ਸਿੱਖਿਆ ਕੀ ਹੈ? ਪਿਆਰ ਦੀ ਸਿੱਖਿਆ ਮਿਲਦੀ ਆ। ਚੱਲ ਪਿਆ ਡੁੱਬਣ ਦੇ ਵਾਸਤੇ, ਪਾਣੀ ਵਿੱਚ ਡੁੱਬ ਕੇ ਮਰ ਜਾਣਾ ਮੈਂ। ਪਰ ਗੁਰੂ ਸਾਹਿਬ ਦੇ ਅੰਦਰ ਕਿੰਨਾ ਪਿਆਰ ਆ। ਆਪਣੇ ਗੁਰਸਿੱਖਾਂ ਨੂੰ ਭੇਜਿਆ, ਜਾਓ ਉਹਨੂੰ ਫੜ ਕੇ ਲਿਆਓ। ਨਹੀਂ ਪਾਤਸ਼ਾਹ ਦਾ ਹੁਕਮ ਹੈ, ਤੂੰ ਡੁੱਬ ਕੇ ਨਹੀਂ ਮਰਨਾ, ਵਾਪਸ ਮੁੜਿਆ, ਤੈਨੂੰ ਗੁਰੂ ਨੇ ਸੱਦਿਆ। ਅੰਦਰ ਖੁਸ਼ੀ ਦੀ ਰੌ ਚੱਲ ਪਈ। ਜਦੋਂ ਕੋਲ ਆਇਆ ਨਾ ਤੇ ਪਾਤਸ਼ਾਹ ਨੇ ਪਿਆਰ ਵੇਖਿਆ, ਠੁੱਡ ਮਾਰਿਆ, ਭੋਜਨ ਦਿੱਤਾ, ਵੱਧ ਦੁਆਵਾਂ ਦਿੱਤੀਆਂ। ਤੂੰ ਗਿਆ ਨਹੀਂ ਨਾ, ਬਸ ਗੁਰੂ ਸਾਹਿਬ ਨੇ ਘੁੱਟ ਕੇ ਸੀਨੇ ਦੇ ਨਾਲ ਲਾ ਲਿਆ। ਬਸ ਅੱਜ ਉਹ ਭਾਵਨਾ ਪੂਰੀ ਹੋ ਗਈ। ਮੈਨੂੰ ਮੇਰਾ ਮਿੱਤਰ ਮਿਲ ਗਿਆ, ਮੈਨੂੰ ਮੇਰਾ ਪਿਆਰਾ ਮਿਲ ਗਿਆ, ਮੈਨੂੰ ਮੇਰੀ ਜਾਨ ਮਿਲ ਗਈ, ਮੈਨੂੰ ਮੇਰਾ ਦੋਸਤ ਮਿਲ ਗਿਆ। ਬਸ ਇੰਨੀ ਗੱਲ ਮਿਲਣ ਤੇ ਹੁਣ ਕੀ ਅੰਦਰੋਂ ਤ੍ਰਿਪਤ ਹੋ ਗਿਆ, ਭਰਪੂਰ ਹੋ ਗਿਆ। ਹੁਣ ਉਹ ਇੱਕ ਕਣੀ ਨਹੀਂ ਪ੍ਰਾਪਤ ਕਰਕੇ ਗਿਆ।
ਇੱਕ ਕਣੀ ਨਹੀਂ ਲੈ ਕੇ ਗਿਆਗਾ। ਪਹਿਲੇ ਭਰਾ ਨੂੰ ਇੱਕ ਕਣੀ ਮਿਲੀ ਨਾ, ਸਮੁੰਦਰ ਚੋਂ ਕਣੀ ਮਿਲੀ ਆ, ਪਰ ਉਹ ਜਿਹੜੇ ਭਰਾ ਨੇ ਬਾਤ ਦੱਸੀ ਨੇ ਛੇਵੇਂ ਪਾਤਸ਼ਾਹ ਕੋਲੇ ਚਲਾ ਜਾ, ਕਣੀ ਨਹੀਂ, ਅੱਜ ਸਮੁੰਦਰ ਨੂੰ ਹੀ ਭਾਵ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਦੋਸਤ ਬਣਾ ਲਿਆ, ਸਮੁੰਦਰ ਨੂੰ ਦੋਸਤ ਬਣਾ ਲਿਆ। ਹੁਣ ਚਲੋ ਇਸ ਗੱਲ ਤੋਂ ਆਪਾਂ ਬਾਹਰਲੇ ਪਾਸੇ ਆ ਜਾਓ, ਆਪਣੇ ਤੇ ਗੱਲ ਲਿਓ ਕਿ ਅਸੀਂ ਗੁਰੂ ਪਾਤਸ਼ਾਹ ਨਾਲ ਇਦਾਂ ਦੀ ਵਿਚਾਰ ਸਾਡੇ ਜੀਵਨ ਵਿੱਚ ਆ ਜਾਵੇ, ਮੁੱਖ ਤਾਂ ਨਹੀਂ ਮੋੜ ਜਾਂਦੇ, ਮੋੜ ਜਾਂਦੇ ਆ, ਕਹਿਣਾ ਪਊ ਨਾ, ਮੁੜ ਪੈਂਦਾ ਮੁੱਖ, ਛੱਡ ਯਾਰ ਆਪਾਂ ਕੀ ਕਰਨਾ, ਆਪਣੇ ਅੰਦਰ ਬਸ ਕੋਈ ਬਹੁਤਾ ਚੰਗਾ ਪਿਆਰ ਨਹੀਂ ਹੈ। ਮੁਸ਼ਕਲ ਦੀ ਬਾਤ ਇਹੀ ਆ ਵੀ ਸਾਡੇ ਅੰਦਰ ਭਾਵੇਂ ਸਾਨੂੰ ਠੋਕਰ ਵੱਜੇ ਤਾਂ ਵੀ ਮੁੱਖ ਮੁੜ ਜਾਂਦਾ, ਭਾਵੇਂ ਠੋਕਰ ਨਾ ਵੱਜੇ ਤਾਂ ਵੀ ਮੁੱਖ ਮੁੜ ਜਾਂਦਾ, ਭਾਵੇਂ ਦਾਤ ਮਿਲ ਜੇ ਤਾਂ ਵੀ ਮੁੱਖ ਮੁੜ ਜਾਂਦਾ, ਦਾਤ ਨਹੀਂ ਮਿਲੀ ਤਾਂ ਵੀ ਮੁੱਖ ਮੁੜ ਜਾਂਦਾ। ਗੁਰੂ ਸਾਹਿਬ ਕਹਿੰਦੇ ਨਹੀਂ ਪਿਆਰਿਆ, ਵਿਸ਼ਵਾਸ ਰੱਖ, ਭਰੋਸਾ ਰੱਖ, ਰਿੱਧੀਆਂ ਸਿੱਧੀਆਂ ਦੀ ਤਾਕਤ ਨੂੰ ਆਪਣੀ ਜ਼ਿੰਦਗੀ 'ਚ ਅਪਣਾ। ਮੈਂ ਫਿਰ ਉਸੇ ਦੁਬਾਰਾ ਗੱਲ ਤੇ ਪਹੁੰਚ ਗਿਆ, ਕਿੱਥੇ ਜਿਹੜੀ ਪਹਿਲੇ ਨੰਬਰ ਤੇ ਗੁਰੂ ਸਾਹਿਬ ਨੇ ਗੱਲ ਕੀਤੀ ਸੀ, ਨਵ ਨਿੱਧ ਰਿੱਧ ਸਿੱਧ ਤੋਟ ਨਾ ਆਵੇ ਕਾਈ ਰਾਮ। ਤੇਰੇ ਕੋਲੇ ਰਿੱਧੀਆਂ ਸਿੱਧੀਆਂ ਹੋਣੀਆਂ ਚਾਹੀਦੀਆਂ, ਪਰ ਗੁਰੂ ਸਾਹਿਬ ਨੇ ਤਾਂ ਕੱਟਿਆ ਨਾ, ਰਿੱਧੀਆਂ ਸਿੱਧੀਆਂ ਨੂੰ ਮੰਨਣਾ ਨਹੀਂ। ਉਹ ਕਿਹੜੀਆਂ? ਤੇਰੇ ਕੋਲੇ ਨਵੇਕਲਾ ਰਸਤਾ ਹੋਣਾ ਚਾਹੀਦਾ, ਤੇਰੇ ਕੋਲੇ ਇੰਨੀ ਤਾਕਤ ਹੋਣੀ ਚਾਹੀਦੀ ਆ, ਦਿਨ ਰਾਤ ਸਖਤ ਮਿਹਨਤ ਕਰ। ਸਖਤ ਮਿਹਨਤ ਕਰਨ ਵਾਲਿਆਂ ਨੂੰ ਰਿੱਧੀ ਸਿੱਧੀ ਮਿਲਦੀ ਆ। ਸੰਖੇਪ ਰਿੱਧੀ ਸਿੱਧੀ ਕੀ ਆ ਉਹ ਪਹਿਲਾਂ ਤੁਸੀਂ ਸੁਣ ਚੁੱਕੇ ਹੋ, ਮੈਂ ਫਿਰ ਦੁਬਾਰਾ ਰਿਪੀਟ ਕਰਾਂ। ਸੰਖੇਪ ਰਿੱਧੀ ਸਿੱਧੀ ਇਹੀ ਆ, ਚੰਗਾ ਕਰਮ ਕਰਨਾ, ਚੰਗੀ ਸੋਚ ਰੱਖਣੀ, ਚੰਗੇ ਵਿਚਾਰ ਬਣਾਉਣੇ, ਦੱਬ ਕੇ ਬਾਹ ਰੱਜ ਕੇ ਖਾ, ਇਹ ਰਿੱਧੀ ਸਿੱਧੀ ਆ। ਆਪਣੇ ਪਰਿਵਾਰ ਚੋਂ ਨਵੇਕਲਾ ਪੱਖ, ਪਿੰਡ ਚੋਂ ਨਵੇਕਲਾ ਪੱਖ, ਮਤਲਬ ਜ਼ਿੰਦਗੀ 'ਚ ਨਖਾਲਸਪਣ ਹੀ ਰਿੱਧੀ ਸਿੱਧੀ ਆ। ਉਹ ਰਿੱਧੀ ਸਿੱਧੀ ਨਹੀਂ ਜੋ ਇਦਾਂ ਮਿਲਦੀ ਆ, ਧਾਗੇ ਤਵੀਤਾਂ ਰਾਹੀਂ ਮਿਲਦੀ ਆ, ਭਗਵੇਂ ਕੱਪੜਿਆਂ ਤੇ ਸਾਡਾ ਮਨ ਮੋਹਿਆ ਜਾਂਦਾ, ਉੱਥੋਂ ਮਿਲਦੀ ਆ। ਉਹ ਰਿੱਧੀਆਂ ਸਿੱਧੀਆਂ ਤਾਂ ਗੁਰੂ ਸਾਹਿਬ ਨੇ ਕੱਟਿਆਗਾ। ਇਹ ਰਿੱਧੀ ਸਿੱਧੀ ਚੰਗੇ ਕਰਮਾਂ ਦੀ ਗੱਲ ਕੀਤੀ ਆ। ਜਦੋਂ ਤੇਰਾ ਖਵਾਜਾ ਰੋਸ਼ਨਦੀਨ ਵਾਂਗੂ ਨਾ ਚੰਗਾ ਕਰਮ ਬਣ ਗਿਆ, ਗੁਰੂ ਤੇ ਭਰੋਸਾ ਬਣ ਗਿਆ, ਸਾਰੀਆਂ ਤਾਕਤਾਂ ਤੇਰੇ ਕੋਲੇ ਆ ਜਾਣਗੀਆਂ। ਫਿਰ ਜੀਵਨ ਕੈਸਾ ਬਣ ਜਾਵੇਗਾ? ਸ਼ਾਂਤ, ਸਹਿਜ, ਆਨੰਦ, ਕਨੇਰੇ। ਰੋਸ਼ਨਦੀਨ ਕੀ ਕਹਿੰਦਾ ਹੁਣ? ਮੇਰੇ ਜੀਵਨ ਵਿੱਚ ਸ਼ਾਂਤੀ ਆ ਗਈ, ਆਨੰਦ ਆ ਗਿਆ, ਜੀਵਨ ਵਿੱਚ ਤ੍ਰਿਪਤੀ ਆ ਗਈ। ਸ਼ਾਂਤ, ਸਹਿਜ, ਆਨੰਦ, ਕਨੇਰੇ, ਬਿਨਸੀ ਭੂਖ ਸਵਾਈ ਰਾਮ। ਬਿਨਸੀ ਤੋਂ ਭੱਜ ਗਈ, ਖਤਮ ਹੋ ਗਈ। ਕੀ? ਭੁੱਖ। ਉਹ ਕਿਹੜੀ ਭੁੱਖ? ਲੋਭ ਲਾਲਚ ਦੀ। ਉਹ ਆਪਾਂ ਆਰੰਭਤਾ ਦੇ ਵਿੱਚ ਗੱਲ ਕੀਤੀ ਸੀ, ਗੁਰੂ ਸਾਹਿਬ ਨੇ ਗੁਰਬਾਣੀ 'ਚ ਕਿਤੇ ਨਹੀਂ ਲਿਖਿਆ ਵੀ ਭੁੱਖ ਨੰਗ ਨਾਲ ਘੁਲ, ਠੀਕ ਹੈ ਨਾ, ਕਿਤੇ ਨਹੀਂ ਲਿਖਿਆ ਲੋਭੀ ਲਾਲਚੀ ਬਣ, ਟਿੱਬੇ ਲਾ, ਲੋਕਾਂ ਦੇ ਗਲ ਘੋੜ ਘੋੜ ਕੇ ਰੁਪਈਆਂ ਦੇ ਟਿੱਬੇ ਲਾ। ਦੋਨੇ ਪੱਖਾਂ ਤੋਂ ਬਚਿਆ, ਦਰਮਿਆਨੀ ਜ਼ਿੰਦਗੀ ਗੁਰੂ ਨਾਲ ਜੁੜ ਕੇ ਜਿਉ, ਨਾ ਹੀ ਤਾਂ ਭੁੱਖ ਨੰਗ ਨਾਲ ਘੁਲਣਾ ਤੇ ਨਾ ਹੀ ਲੋਭੀ ਲਾਲਚੀ ਜ਼ਿੰਦਗੀ ਬਣਾਉਣੀ ਹੈ। ਇੱਥੇ ਗੁਰੂ ਸਾਹਿਬ ਕਹਿੰਦੇ ਤੇਰੀ ਜ਼ਿੰਦਗੀ 'ਚ ਨਾ ਹੀ ਤਾਂ ਲੋਭ ਲਾਲਚ ਦੀ ਭੁੱਖ ਹੋਣੀ ਚਾਹੀਦੀ ਆ, ਜੇ ਸਰੀਰਕ ਤਲ ਤੇ ਆਰਥਿਕ ਪੱਖੋਂ ਤੂੰ ਕਮਜ਼ੋਰ ਵੀ ਹੈ ਨਾ ਤੇ ਭਖੂ ਫਿਰ ਵੀ ਨਹੀਂ ਕਰਨਾਗਾ, ਫਿਰ ਵੀ ਭਾਵ ਤੇਰੀ ਜ਼ਿੰਦਗੀ ਰੱਜੀ ਹੋਣੀ ਚਾਹੀਦੀ ਆ। ਫਿਰ ਤੂੰ ਗੁਰੂ ਕੋਲ ਆਵੇਂਗਾ ਨਾ, ਕੇਵਲ ਗੁਰੂ ਕੋਲੇ ਆ ਕੇ ਆਪਣੇ ਅੰਦਰ ਦੀ ਗੱਲ ਦੱਸ, ਬਸ ਉੱਥੇ ਗੁਰੂ ਭਾਵੇਂ ਖਵਾਜਾ ਰੋਸ਼ਨਦੀਨ ਵਾਂਗੂ ਤੇਰੇ ਲੱਤਾਂ ਮਾਰੇ, ਭਾਵੇਂ ਤੈਨੂੰ ਝਿੜਕੇ, ਭਾਵੇਂ ਤੈਨੂੰ ਪੁੱਠੇ ਬੋਲ ਕੇ ਵਾਪਸ ਮੋੜੇ, ਪਰ ਉੱਥੇ ਪਰਵਾਹ ਨਾ ਮੰਨੀ, ਬਸ ਗੁਰੂ ਕੋਲੇ ਆ ਜਾਵੇ। ਫਿਰ ਲਾਸਟ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਨਾਨਕ ਗੁਣ ਗਾਵੇ ਸੁਆਮੀ ਕੇ ਅਚਰਜ ਜਿਸ ਵਡਿਆਈ। ਇਹ ਮੇਰੇ ਮਾਲਕ ਦੀ ਅਚਰਜ ਵਡਿਆਈ ਹੈ, ਉਹਦੀਆਂ ਗੱਲਾਂ ਉਹੀ ਜਾਣਦਾ ਹੈ। ਫਿਰ ਆਪਾਂ ਉਹਦੇ ਗੁਣ ਹੀ ਗਾਉਣੇ ਨੇ, ਆਪਾਂ ਉਹਦੀ ਵਡਿਆਈ ਹੀ ਕਰਨੀ ਹੈ, ਆਪਾਂ ਉਹਦੇ ਨਾਲ ਜੁੜੀ ਹੀ ਰਹਿਣਾ ਹੈ, ਬਾਹਰੋਂ ਨਹੀਂ ਅੰਦਰੂਨੀ ਤਲ ਤੇ। ਫਿਰ ਪਾਤਸ਼ਾਹ ਨੇ ਸਾਡੀ ਜ਼ਿੰਦਗੀ 'ਚ ਰਿੱਧੀਆਂ ਸਿੱਧੀਆਂ ਜ਼ਰੂਰ ਪੈਦਾ ਕਰਨਾ। ਬਸ ਸਾਰਿਆਂ ਦਾ ਧੰਨਵਾਦ। ਰਿੱਧੀ ਸਿੱਧੀ ਫਿਰ ਮੈਂ ਕਹਿੰਦਾ, ਫਿਰ ਨਾ ਮੈਨੂੰ ਲੱਗਦਾ ਭੁਲੇਖਾ ਖਾ ਜਦੋਂ ਤੁਸੀਂ ਵੀ ਰਿੱਧੀ ਸਿੱਧੀ ਹੁੰਦੀ ਆ। ਰਿੱਧੀ ਸਿੱਧੀ ਚੰਗੇ ਕਰਮ ਨੂੰ ਕਿਹਾ। ਕੋਈ ਗੋਹਾ ਨਰਮ ਪਰਿਵਾਰ ਆ ਨਾ, ਗਰੀਬ ਪਰਿਵਾਰ ਆ, ਦਿਹਾੜੀਦਾਰ, ਰਿਕਸ਼ਾ ਚਲਾਉਣ ਵਾਲਾ ਪਰਿਵਾਰ ਆ, ਉਹਦਾ ਪੁੱਤ ਜੱਜ ਬਣ ਗਿਆ, ਉਹਦੇ ਕੋਲ ਰਿੱਧੀ ਸਿੱਧੀ ਆ ਗਈ, ਸਾਰਿਆਂ ਤੇ ਡੰਡਾ ਚੱਲਣ ਲੱਗ ਗਿਆ, ਉਹਦਾ ਸਾਰਿਆਂ ਤੇ ਹੁਕਮ ਚੱਲਣ ਲੱਗ ਗਿਆ, ਹਨਾ। ਬਸ ਚੰਗੇ ਕਰਮ ਨੂੰ ਹੀ ਰਿੱਧੀ ਸਿੱਧੀ ਕਿਹਾਗਾ, ਹੋਰ ਨਾ ਕੋਈ ਮੰਨ ਜਿਓ। ਬਸ ਇੰਨੀ ਕੁ ਜ਼ਰੂਰ ਧਿਆਨ 'ਚ ਰੱਖਿਓ ਗੱਲ। ਸੋ ਅੱਜ ਦੀ ਵਿਚਾਰ ਇੱਥੇ ਸਮਾਪਤ ਆ। ਬੋਲਦਿਆਂ ਤੋਂ ਅੱਖਰ ਵੱਧ ਘੱਟ ਰਹਿ ਜਾਂਦਾ। ਗੁਰੂ ਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਸਭ ਦਾ ਧੰਨਵਾਦ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ ਸਹਿ ਸੇਤੀ ਮਨ। ਰਤਨ ਪਰਵਾਰ ਸ਼ਬਦ ਦਾ ਬਣਾਈਆਂ।